ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਂਝ ਤੇ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਉਤਸਵ ਹੈ। ਉਹਨਾਂ ਦੇ ਜੀਵਨ ਬਾਰੇ ਵਿਚਾਰ ਕਰਨੇ ਸੀ, ਪਰ ਅਜੇ ਗਲਾ ਪੂਰਾ ਠੀਕ ਨਹੀਂ। ਜੇ ਕੱਲ੍ਹ ਨੂੰ ਪੂਰਾ ਠੀਕ ਹੋ ਗਿਆ ਫਿਰ ਆਪਾਂ ਉਹਨਾਂ ਦੇ ਜੀਵਨ 'ਤੇ ਵਿਚਾਰ ਕਰਾਂਗੇ। ਅੱਜ ਆਪਾਂ ਸੁਖਮਨੀ ਸਾਹਿਬ ਦੀ ਕਥਾ ਕਰਦੇ ਹਾਂ। ਕੱਲ੍ਹ 7 ਅਸ਼ਟਪਦੀਆਂ ਪੂਰੀਆਂ ਹੋ ਗਈਆਂ ਸਨ। ਅੱਜ 8ਵੀਂ ਅਸ਼ਟਪਦੀ ਸ਼ੁਰੂ ਹੋਣੀ ਹੈ। 272 ਅੰਗ 'ਤੇ ਵਿਚਾਲੇ ਜੇ ਕਰਕੇ ਸ਼ਲੋਕ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹ ਸਾਰੀ ਅਸ਼ਟਪਦੀ ਬ੍ਰਹਮ ਗਿਆਨੀ ਦੇ ਬਾਰੇ ਹੈ। ਸ਼ਲੋਕ ਦੇ ਵਿੱਚ ਤੱਤ ਸਾਰ ਹੁੰਦਾ ਹੈ। ਕਹਿੰਦਾ ਉਹ ਵਿਅਕਤੀ ਜਿਹਦੇ ਮਨ 'ਚ ਵੀ ਪਰਮਾਤਮਾ, ਮੁਖ 'ਤੇ ਵੀ ਪਰਮਾਤਮਾ ਦਾ ਨਾਮ ਹੈ। ਮਨ ਸਾਚਾ ਮੁਖ ਸਾਚਾ ਸੋਏ। ਜਿਹਦੇ ਮਨ ਦੇ ਵਿੱਚ ਵੀ ਪਰਮਾਤਮਾ ਦਾ ਨਾਮ ਹੈ, ਮੁਖ ਨਾਲ ਵੀ ਪਰਮਾਤਮਾ ਦਾ ਨਾਮ ਲੈਂਦਾ ਹੈ। ਅਵਰ ਨਾ ਪੇਖੈ ਏਕਸ ਬਿਨ ਕੋਏ। ਉਹ ਇੱਕ ਪਰਮਾਤਮਾ ਦੇ ਬਿਨਾਂ ਹੋਰ ਕਿਸੇ ਨੂੰ ਵੇਖਦੇ ਹੀ ਨਹੀਂ। ਭਾਵ ਨੂੰ ਸਾਰਿਆਂ ਦੇ ਵਿੱਚ ਪਰਮਾਤਮਾ ਹੀ ਦਿਸਦਾ ਹੈ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਬ੍ਰਹਮ ਗਿਆਨੀ ਦਾ ਇਹੀ ਗੁਣ ਹੈ। ਲੱਛਣ ਭਾਵ ਗੁਣ। ਬ੍ਰਹਮ ਗਿਆਨੀ ਦਾ ਇਹੀ ਗੁਣ ਹੈ ਕਿ ਉਹਦੇ ਮਨ 'ਚ ਵੀ ਪਰਮਾਤਮਾ, ਮੁਖ 'ਤੇ ਵੀ ਪਰਮਾਤਮਾ ਦਾ ਨਾਮ, ਅਤੇ ਪਰਮਾਤਮਾ ਤੋਂ ਬਿਨਾਂ ਹੋਰ ਕੁਛ ਵੇਖਦੇ ਨਹੀਂ। ਭਾਵ ਨੂੰ ਸਭ ਥਾਵਾਂ 'ਤੇ ਸਭ ਦੇ ਵਿੱਚ ਪਰਮਾਤਮਾ ਹੀ ਦਿਸਦਾ ਹੈ। ਅਸ਼ਟਪਦੀ। ਅਸ਼ਟ ਹਿੰਦੀ ਦਾ ਸ਼ਬਦ ਹੈ, ਇਸ ਲਈ ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਨਾ। ਅਸ਼ਟ ਮੈਨੇ 8। ਉਹ 8 ਪਦ ਜਿਸ ਦੇ ਵਿੱਚ ਹੁਣ ਉਹਨੂੰ ਕਹਿੰਦੇ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਕਹਿੰਦੇ ਜਿਵੇਂ ਪਾਣੀ 'ਚ ਕਮਲ ਦਾ ਫੁੱਲ ਹੈ, ਉਹ ਪਾਣੀ ਤੋਂ ਉੱਪਰ ਰਹਿੰਦਾ। ਜਿਉਂ ਜਿਉਂ ਪਾਣੀ ਵੱਧਦਾ ਹੈ, ਕਮਲ ਫੁੱਲ ਦੀ ਡੰਡੀ ਓਨੀ ਵੱਧ ਜਾਂਦੀ ਹੈ। ਉਹ ਪਾਣੀ ਤੋਂ ਉੱਪਰ ਹੀ ਰਹਿੰਦਾ ਹੈ, ਇਸ ਲਈ ਉਹ ਨਿਰਲੇਪ ਹੈ। ਮੇਰੇ ਮਨ 'ਚ ਰਹਿੰਦਾ ਵੀ ਜੇ ਮੰਨ ਲਓ ਹੜ੍ਹ ਆ ਜਾਣ, ਇੱਕਦਮ ਪਾਣੀ ਵੱਧ ਜੇ, ਵੀ ਕੀ ਫਿਰ ਡੁੱਬੇਗਾ ਨਹੀਂ? ਮੇਰੇ ਮਨ 'ਚ ਸ਼ੰਕਾ ਸੀ। ਕਈ ਸਾਲ ਪਹਿਲਾਂ ਜਦੋਂ ਮੈਂ ਘਨੌਰ ਸਰਵਿਸ ਕਰਦਾ ਸੀ, ਹੜ੍ਹ ਆ ਗਏ ਜੀ। ਪਾਣੀ ਸੜਕ ਦੇ ਉੱਤੋਂ ਦੀ ਲੰਘਣ ਲੱਗ ਪਿਆ ਹੈ। ਤਾਂ ਮੈਂ ਸੜਕ ਦੇ ਦੋਨੋਂ ਪਾਸੇ ਜਿਹੜੇ ਖਤਾਨ ਸਨ, ਉੱਥੇ ਕਮਲ ਉੱਗੇ ਹੋਏ ਸਨ। ਮੈਂ ਸੋਚ ਰਿਹਾ ਸੀ ਵੀ ਅੱਜ ਤੇ ਡੁੱਬ ਗਏ ਹੋਣਗੇ, ਕਿਉਂ ਖਤਾਨਾਂ 'ਚ ਇੰਨਾ ਪਾਣੀ ਇਕੱਠਾ ਹੋ ਗਿਆ। ਪਰ ਜੋ ਸਾਡੀ ਬੱਸ ਉੱਥੇ ਪਹੁੰਚੀ, ਮੈਂ ਦੇਖਦਾ ਉਹ ਪਾਣੀ ਤੋਂ ਉੱਪਰ ਨੇ। ਪਾਣੀ ਤੋਂ ਉੱਪਰ ਨੇ। ਰਾਤੇ ਰਾਤ ਹੀ ਉਹਨਾਂ ਦੀ ਇੰਨੀ ਡੰਡੀ ਪਰਮਾਤਮਾ ਲੰਮੀ ਕਰਤੀ, ਉੱਪਰ ਆ ਗਏ। ਇਸ ਲਈ ਜਿਵੇਂ ਕਮਲ ਹੈ, ਇਹ ਪਾਣੀ ਤੋਂ ਨਿਰਲੇਪ ਰਹਿੰਦਾ ਹੈ। ਪਾਣੀ ਦਾ ਇਸ 'ਤੇ ਅਸਰ ਨਹੀਂ ਹੁੰਦਾ। ਇਹਦਾ ਫੁੱਲ ਜਿਹੜਾ ਉੱਪਰ ਰਹਿੰਦਾ ਪਾਣੀ ਤੋਂ। ਇਸੇ ਤਰ੍ਹਾਂ ਜਿਹੜਾ ਬ੍ਰਹਮ ਗਿਆਨੀ ਹੈ, ਬ੍ਰਹਮ ਗਿਆਨੀ ਸਦਾ ਨਿਰਲੇਪ, ਉਹ ਵੀ ਨਿਰਲੇਪ ਰਹਿੰਦਾ। ਉਸ 'ਤੇ ਅਸਰ ਨਹੀਂ ਹੁੰਦਾ ਕਿਸੇ ਦਾ। ਕਿ ਉਸ ਜ਼ਿੰਦਗੀ ਚੰਗੇ ਬੰਦੇ ਵੀ ਟੱਕਰਨੇ ਨੇ, ਭੈੜੇ ਵੀ ਟੱਕਰਨੇ ਨੇ, ਉਹ ਨਿਰਲੇਪ ਰਹਿੰਦਾ। ਉਸ 'ਤੇ ਕਿਸੇ ਚੰਗੇ ਬੁਰਾਈ ਦਾ ਅਸਰ ਨਹੀਂ ਹੁੰਦਾ ਉਸ 'ਤੇ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੁਖ। ਜਿਵੇਂ ਸੂਰਜ ਹੈ, ਜਿਹੜੀ ਉਹਦੀ ਚੀਜ਼ ਸਾਹਮਣੇ ਹੁੰਦੀ ਉਹਨੂੰ ਸੁਕਾ ਦਿੰਦਾ ਹੈ। ਗਿੱਲੀ ਚੀਜ਼ ਨੂੰ ਸੂਰਜ ਸੁਕਾ ਦਿੰਦਾ ਹੈ। ਇਹ ਉਹਦਾ ਸੁਭਾਅ ਹੈ। ਇਹਦਾ ਸੁਭਾਅ ਹੈ। ਇਸ ਤਰ੍ਹਾਂ ਜਿਹੜਾ ਬ੍ਰਹਮ ਗਿਆਨੀ ਹੈ, ਉਹ ਸਦਾ ਹੀ ਨਿਰਦੋਖ ਹੈ। ਉਹ ਕਿਸੇ ਦਾ ਦੁੱਖ ਹੀ ਨਹੀਂ ਹੁੰਦਾ। ਉਹ ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੁੰਦਾ। ਸਗੋਂ ਜਿਹੜਾ ਉਹਦੇ ਕੋਲ ਆਉਂਦਾ, ਉਹ ਸੂਰਜ ਦੀ ਤਰ੍ਹਾਂ ਹੀ ਉਸ ਤੋਂ ਨਿੱਘ ਪ੍ਰਾਪਤ ਕਰਦਾ ਹੈ। ਉਹਨੂੰ ਲਾਭ ਹੁੰਦਾ ਉਸ ਨੂੰ। ਉਹ ਕਿਸੇ ਦਾ ਨੁਕਸਾਨ ਨਹੀਂ ਕਰਦਾ। ਉਹ ਕਿਸੇ ਦਾ ਦੁੱਖ ਹੀ ਨਹੀਂ ਹੁੰਦਾ। ਉਹ ਕਿਸੇ ਨੂੰ ਦੁੱਖ ਨਹੀਂ ਦਿੰਦਾ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ। ਕਹਿੰਦੇ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਸਾਰੇ ਬਰਾਬਰ ਨੇ।
ਕੋਈ ਅਮੀਰ ਹੈ, ਗਰੀਬ ਹੈ, ਕਿਹੋ ਜਿਹਾ ਵੀ ਹੈ, ਉਹਦੀ ਦ੍ਰਿਸ਼ਟੀ ਸਾਰੇ ਬਰਾਬਰ ਹੁੰਦੇ ਹਨ। ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ, ਪਵਾਨ ਮੈਨੇ ਹਵਾ। ਜਿਵੇਂ ਹਵਾ ਹੈ, ਚਾਹੇ ਰਾਜਾ ਹੈ ਅਤੇ ਰੰਕ ਚਾਹੇ ਗਰੀਬ ਹੈ, ਹਵਾ ਤਾਂ ਸਾਰਿਆਂ ਨੂੰ ਬਰਾਬਰ ਹੀ ਲੱਗੇਗੀ। ਇਹ ਨਹੀਂ ਵੀ ਰਾਜੇ ਨੂੰ ਜ਼ਿਆਦਾ ਲੱਗੇਗੀ ਅਤੇ ਗਰੀਬ ਨੂੰ ਨਹੀਂ ਲੱਗੇ। ਹਵਾ ਚੱਲ ਰਹੀ ਹੈ, ਹਵਾ 'ਚ ਰਾਜਾ ਵੀ ਬੈਠਾ ਹੈ, ਇੱਕ ਕੰਗਾਲ ਹੀ ਬੈਠਾ ਹੈ, ਹਵਾ ਤਾਂ ਦੋਨੋਂ ਲੱਗ ਰਹੀ ਹੈ। ਇਸ ਲਈ ਬ੍ਰਹਮ ਗਿਆਨੀ ਦੇ ਕੋਲ ਕੋਈ ਵੀ ਬੈਠੇ ਹੋਣ, ਚੰਗੇ ਮੰਦੇ ਕੋਈ, ਉਹਦੀ ਦ੍ਰਿਸ਼ਟੀ 'ਚ ਬਰਾਬਰ ਨੇ ਸਾਰੇ, ਹੋ ਸਭ ਨੂੰ ਬਰਾਬਰ ਸਮਝਦਾ ਹੋ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉ ਬਸੁਦਾ ਕੋ ਖੋਦੈ ਕੋ ਚੰਦਨ ਲੇਪ। ਬਸੁਦਾ, ਇਹਨੂੰ ਬਸੁਦਾ ਨਹੀਂ ਪੜ੍ਹਨਾ, ਖਿਆਲ ਰੱਖਣਾ, ਇਹ ਹਿੰਦੀ ਦਾ ਸ਼ਬਦ ਹੈ, ਉਚਾਰਨ ਹੈ ਬਸੁਧਾ। ਧਰਤੀ ਨੂੰ ਕਹਿੰਦੇ ਬ੍ਰਹਮ ਗਿਆਨੀ ਬੜਾ ਧੀਰਜਵਾਨ ਹੁੰਦਾ ਹੈ। ਕੋਈ ਨੂੰ ਚੰਗਾ ਕਹੀ ਜਾਓ, ਮੰਦਾ ਕਹੀ ਜਾਓ, ਅਵਾ ਤਵਾ ਬੋਲੀ ਜਾਓ, ਉਹ ਸ਼ਾਂਤ ਚਿੱਤ ਰਹਿੰਦਾ ਹੈ। ਉਹ ਅੱਗੋਂ ਇਸ ਦਾ ਫਜ਼ੂਲ ਬਹਿਸ ਨਹੀਂ ਕਰਦਾ, ਕੋਈ ਜਵਾਬ ਨਹੀਂ ਦਿੰਦਾ, ਆਪਣਾ ਸ਼ਾਂਤ ਚਿੱਤ ਰਹਿੰਦਾ ਹੈ। ਜਿਉਂ ਬਸਦਾ ਕੋ ਖੋਦੈ ਕੋ ਚੰਦਨ ਲੇਪ। ਜਿਵੇਂ ਧਰਤੀ ਨੂੰ ਚਾਹੇ ਕੋਈ ਪੁੱਟੀ ਜਾਵੇ ਅਤੇ ਚਾਹੇ ਚੰਦਨ ਨਾਲ ਲੇਪ ਕਰ ਦੇ, ਧਰਤੀ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਇਹ ਨਹੀਂ ਕਹਿੰਦੀ ਵੀ ਹਾਂ ਤੂੰ ਮੈਨੂੰ ਕਿਉਂ ਪੁੱਟੀ ਜਾਂਦਾ, ਅਤੇ ਜਾਂ ਉਹਨੂੰ ਇਹ ਨਹੀਂ ਕਹਿੰਦਾ ਹਾਂ ਵੀ ਤੂੰ ਵਾਹ ਮੈਨੂੰ ਚੰਦਨ ਨਾਲ ਲਿਪਤਾ ਹੈ, ਨਹੀਂ, ਉਹ ਇਕਸਾਰ ਹੀ ਰਹਿੰਦੀ ਹੈ। ਇਸ ਤਰ੍ਹਾਂ ਬ੍ਰਹਮ ਗਿਆਨੀ ਵੀ ਇਕਸਾਰ ਹੀ ਰਹਿੰਦਾ ਹੈ, ਉਹ ਧੀਰਜਵਾਨ ਹੁੰਦਾ ਹੈ। ਬ੍ਰਹਮ ਗਿਆਨੀ ਕਾ ਇਹ ਗੁਨਾਹ, ਗੁਨਾਹ ਮੈਨੇ ਗੁਣ, ਬ੍ਰਹਮ ਗਿਆਨੀ ਦਾ ਇਹੀ ਗੁਣ ਹੈ। ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਅ, ਪਾਵਕ ਹੁੰਦੀ ਅੱਗ, ਜਿਵੇਂ ਅੱਗ ਦਾ ਸੁਭਾਅ ਹੈ ਕਿ ਜਿਹੜਾ ਵੀ ਉਹਦੇ ਨੇੜੇ ਆਵੇਗਾ ਉਹਨੂੰ ਗਰਮੀ ਦੇਵੇਗੀ, ਉਹਨੂੰ ਸੇਕ ਲੱਗੇਗਾ, ਉਹਨੂੰ ਉਹਦੀ ਠੰਡ ਮਿਟਾਏਗੀ ਉਹ। ਇਸੇ ਤਰ੍ਹਾਂ ਬ੍ਰਹਮ ਗਿਆਨੀ ਦਾ ਸੁਭਾਅ ਹੈ, ਜਿਹੜਾ ਵੀ ਉਹਦੇ ਨੇੜੇ ਆਉਂਦਾ ਉਹਨੂੰ ਸ਼ਾਂਤੀ ਮਿਲਦੀ ਹੈ, ਉਹਨੂੰ ਸ਼ਾਂਤੀ ਮਿਲਦੀ ਹੈ। ਬ੍ਰਹਮ ਗਿਆਨੀ ਨਿਰਮਲ ਅਤੇ ਨਿਰਮਲਾ, ਜੈਸੇ ਮੈਲ ਨਾ ਲਾਗੇ ਜਲਾ। ਜਿਵੇਂ ਪਾਣੀ ਮੈਲਾ ਨਹੀਂ ਹੁੰਦਾ, ਪਾਣੀ ਮੈਲ ਧੋਂਦਾ ਹੈ, ਜੋ ਆਪ ਹੀ ਮੈਲਾ ਜੇ ਫਿਰ ਧੋਵੇਗਾ ਕਿਵੇਂ। ਤੂੰ ਦੇਖਿਆ ਉਹਨੇ ਆਹ ਦਰਿਆਵਾਂ ਦਾ ਪਾਣੀ ਹੈ, ਨਹਿਰਾਂ ਦਾ ਪਾਣੀ ਹੈ, ਕਿੰਨਾ ਕੁਛ ਲੋਕ ਵਿੱਚ ਸੁੱਟੀ ਜਾਂਦੇ ਨੇ, ਕਰੀ ਜਾਂਦੇ ਨੇ, ਉਹ ਸਾਫ਼ ਹੀ ਰਹਿੰਦਾ। ਜਿਵੇਂ ਪਾਣੀ ਨੂੰ ਮੈਲ ਨਹੀਂ ਲੱਗਦੀ, ਇਸ 'ਤੇ ਜਿਹੜਾ ਬ੍ਰਹਮ ਗਿਆਨੀ ਹੁੰਦਾ ਉਹ ਵੀ ਅਤੀ ਨਿਰਮਲ ਹੁੰਦਾ, ਉਹਨੂੰ ਕਿਸੇ ਪ੍ਰਕਾਰ ਦੀ ਮੈਲ ਨਹੀਂ ਲੱਗਦੀ। ਉਹਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਚੁਗਲੀ, ਨਿੰਦਿਆ, ਈਰਖਾ, ਬਖੀਲੀ ਕਿਸੇ ਪ੍ਰਕਾਰ ਦੀ ਮੈਲ ਨਹੀਂ ਲੱਗਦੀ, ਉਹ ਅਤੀ ਨਿਰਮਲ ਹੁੰਦਾ ਹੈ। ਜਿਵੇਂ ਕਹਿੰਦੇ ਪਾਣੀ ਨੂੰ ਮੈਲ ਨਹੀਂ ਲੱਗਦੀ, ਪਾਣੀ ਦਾ ਗੁਣ ਹੈ ਮੈਲ ਧੋਣਾ, ਜੋ ਆਪ ਹੀ ਮੈਲਾ ਹੋ ਜਾਏ ਫਿਰ ਧੋਵੇਗਾ ਕਿਵੇਂ ਉਹ। ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਰ ਉੱਪਰ ਆਕਾਸ਼। ਧਰ ਧਰਤੀ ਨੂੰ ਕਹਿੰਦੇ ਆਕਾਸ਼, ਜਾਂ ਉੱਪਰ ਜਿੱਥੇ ਸੂਰਜ, ਚੰਨ, ਤਾਰੇ ਨੇ, ਆਕਾਸ਼ ਹੈ। ਕਹਿੰਦੇ ਬ੍ਰਹਮ ਗਿਆਨੀ ਦੇ ਮਨ 'ਚ ਹਮੇਸ਼ਾ ਗਿਆਨ ਦਾ ਚਾਨਣ ਹੁੰਦਾ ਹੈ। ਧਰਤੀ ਦੇ ਸੂਰਜ ਦੇ ਚਾਨਣ ਹੈ, ਉਹਨੂੰ ਗਿਆਨ ਦਾ ਚਾਨਣ ਹੁੰਦਾ ਹੈ। ਬ੍ਰਹਮ ਗਿਆਨੀ ਦੇ ਅੰਦਰ ਹਮੇਸ਼ਾ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਜਿਵੇਂ ਧਰਤੀ ਦੇ ਉੱਪਰ ਆਕਾਸ਼ ਦਾ ਪ੍ਰਕਾਸ਼ ਹੈ। ਆਕਾਸ਼ 'ਚ ਤਾਰੇ ਵੀ ਨੇ, ਚੰਨ ਵੀ ਨੇ, ਸੂਰਜ ਵੀ ਹੈ, ਉਹਨਾਂ ਦਾ ਚਾਨਣ ਹੁੰਦਾ ਧਰਤੀ ਦਾ। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਬ੍ਰਹਮ ਗਿਆਨੀ ਦੇ ਅੰਦਰ ਕੋਈ ਹੰਕਾਰ ਨਹੀਂ ਹੁੰਦਾ, ਇਸ ਲਈ ਉਹਨੂੰ ਮਿੱਤਰ ਵੀ ਅਤੇ ਸ਼ਤਰੂ, ਦੁਸ਼ਮਣ ਵੀ ਇਕਸਾਰ ਲੱਗਦੇ ਹਨ। ਉਹ ਮਿੱਤਰ ਨੂੰ ਆਪਣਾ ਅਤੇ ਸ਼ਤਰੂ ਨੂੰ ਬੇਗਾਨਾ ਨਹੀਂ ਸਮਝਦਾ, ਉਹਨੂੰ ਸਾਰੇ ਆਪਣੇ ਲੱਗਦੇ ਨੇ। ਉਹਦੇ ਲਈ ਮਿੱਤਰ ਹੋਵੇ ਚਾਹੇ ਦੁਸ਼ਮਣ ਹੋਵੇ, ਉਹ ਬਰਾਬਰ ਹਨ, ਕਿਉਂਕਿ ਉਹਦੇ ਅੰਦਰ ਹੰਕਾਰ ਹੀ ਨਹੀਂ ਹੁੰਦਾ, ਉਹਦੇ ਅੰਦਰ ਮੈਂ ਨਹੀਂ ਹੁੰਦੀ, ਇਸ ਕਰਕੇ ਉਹਨੂੰ ਸਾਰੇ ਬਰਾਬਰ ਲੱਗਦੇ ਹਨ। ਬ੍ਰਹਮ ਗਿਆਨੀ ਊਂਚ ਤੇ ਊਂਚਾ, ਮਨ ਆਪਣੇ ਹੈ ਸਭ ਤੇ ਨੀਚਾ। ਉਂਝ ਤਾਂ ਬ੍ਰਹਮ ਗਿਆਨੀ ਸਭ ਤੋਂ ਉੱਚਾ ਹੁੰਦਾ ਹੈ, ਆਤਮਿਕ ਅਵਸਥਾ ਵਿੱਚ ਉਹ ਸਭ ਤੋਂ ਉੱਚਾ ਹੁੰਦਾ ਹੈ, ਪਰ ਆਪਣੇ ਮਨ 'ਚ ਆਪਣੇ ਆਪ ਨੂੰ ਸਾਰੇ ਤੋਂ ਨੀਵਾਂ ਗਿਣਦਾ ਹੈ।
ਹੁੰਦਾ ਸਾਰੇ ਤੋਂ ਉੱਚਾ, ਪਰ ਉਹ ਆਪਣੇ ਆਪ ਨੂੰ ਨੀਵਾਂ ਗਿਣਦਾ ਹੈ। ਕਿਉਂਕਿ ਜਿਹੜਾ ਆਪਣੇ ਆਪ ਨੂੰ ਨੀਵਾਂ ਗਿਣਦਾ, ਅਸਲ 'ਚ ਉਹੀ ਇੱਕ ਦਿਨ ਉੱਚਾ ਹੁੰਦਾ ਹੈ। ਨਿਮਰਤਾ ਮਨੁੱਖ ਨੂੰ ਹੌਲੀ 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 ਉੱਚਾ ਕਰਦੀ ਜਾਂਦੀ ਹੈ। ਹੰਕਾਰ ਮਨੁੱਖ ਨੂੰ ਡਾਊਨ ਕਰਦਾ ਜਾਂਦਾ ਹੁੰਦਾ ਹੈ। ਬ੍ਰਹਮ ਗਿਆਨੀ ਸੇ ਜਨ ਭਏ। ਬ੍ਰਹਮ ਗਿਆਨੀ ਕੌਣ ਹੋਏ? ਨਾਨਕ ਜਿਨ ਪ੍ਰਭ ਆਪ ਕਰੇ। ਜਿਨ੍ਹਾਂ ਨੂੰ ਪਰਮਾਤਮਾ ਬ੍ਰਹਮ ਗਿਆਨੀ ਬਣਾਉਂਦਾ, ਉਹੀ ਬ੍ਰਹਮ ਗਿਆਨੀ ਬਣਦੇ ਨੇ। ਅਸੀਂ ਤਾਂ ਭਜਨ ਬੰਦਗੀ ਕਰੀ ਜਾਣੀ ਬਸ। ਅਸੀਂ ਆਪਣੇ ਯਤਨ ਨਾਲ ਬ੍ਰਹਮ ਗਿਆਨੀ ਨਹੀਂ ਬਣ ਸਕਦੇ। ਸਾਡੀ ਡਿਊਟੀ ਹੈ ਭਜਨ ਬੰਦਗੀ ਕਰੀ ਜਾਓ, ਕਰੀ ਜਾਓ, ਕਰੀ ਜਾਓ। ਪਰਮਾਤਮਾ ਚਾਹੇਗਾ ਉਹ ਬ੍ਰਹਮ ਗਿਆਨੀ ਕਿਸੇ ਨੂੰ ਬਣਾ ਦੇਗਾ ਸਾਡੇ ਜੋ। ਨਾ ਚਾਹੇਗਾ ਤੇ ਭਾਈ ਜਿਵੇਂ ਹੈਗੇ ਉਸ ਤਰ੍ਹਾਂ ਰਹੀ ਜਾਵਾਂਗੇ। ਇਹ ਪਰਮਾਤਮਾ ਨੇ ਬਣਾਉਣਾ ਹੁੰਦਾ, ਉਹਦੇ ਹੱਥ 'ਚ ਹੈ। ਸਾਡੇ ਹੱਥ ਸਿਰਫ ਯਤਨ ਕਰਨਾ ਹੈ। ਬਖਸ਼ਿਸ਼ ਉਹਦੇ ਹੱਥ 'ਚ ਹੁੰਦੀ ਹੈ। ਧਰਮ ਦੇ ਵਿੱਚ ਨਿਰੇ ਯਤਨ ਨਹੀਂ ਕੰਮ ਕਰਦੇ, ਨਾਲ ਬਖਸ਼ਿਸ਼ ਹੋਣਾ ਜ਼ਰੂਰੀ ਹੁੰਦਾ ਹੈ। ਯਤਨ ਕਰਨਾ ਜ਼ਰੂਰੀ ਹੈ। ਇਹ ਤਾਂ ਸਾਨੂੰ ਹੁਕਮ ਹੈ। ਉਦਮ ਕਰਦਿਆਂ ਜੀਓ ਤੂੰ, ਕਮਾਉਂਦਿਆਂ ਸੁਖ ਪੁੰਜ, ਧਿਆਉਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਇਹ ਤਾਂ ਸਾਨੂੰ ਹੁਕਮ ਹੈ ਕਿ ਭਾਈ ਨਾਮ ਜਪੀ ਜਾਓ, ਨਾਮ ਜਪੀ ਜਾਓ। ਕਿਰਪਾ ਫਿਰ ਗੁਰੂ ਨੇ ਪਰਮਾਤਮਾ ਨੇ ਕਰਨੀ ਹੁੰਦੀ ਹੈ। ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਆਪਾਂ ਪੌੜੀਆਂ ਚੜ੍ਹ ਰਹੇ ਹਾਂ। 9ਵੀਂ ਮੰਜ਼ਿਲ 'ਤੇ ਜਾਣਾ ਹੈ, ਪੌੜੀਆਂ ਚੜ੍ਹਦਿਆਂ ਤੀਜੀ ਚੌਥੀ ਮੰਜ਼ਿਲ 'ਤੇ ਚੜ੍ਹਦੇ ਚੜ੍ਹਦੇ ਪਹੁੰਚ ਗਏ। ਫਿਰ ਕੋਈ ਲਿਫਟ ਲਾਇਆ ਅਤੇ ਆਪਾਂ ਲਿਫਟ 'ਤੇ ਬੈਠੇ ਅਤੇ ਉਹ ਗਏ ਟੀਸੀ 'ਤੇ। ਇਸ ਤਰ੍ਹਾਂ ਫਿਰ ਗੁਰੂ ਅਤੇ ਪਰਮਾਤਮਾ ਫਿਰ ਲਿਫਟ ਦਾ ਕੰਮ ਕਰਦੇ ਨੇ ਕਿ ਲੈ ਸੱਜਣਾ ਤੈਨੂੰ ਤੇਰੀ ਮੰਜ਼ਿਲ 'ਤੇ ਪਹੁੰਚਾਈ। ਸਾਡਾ ਕੰਮ ਹੈ ਲੱਗੇ ਰਹਿਣਾ ਬਸ। ਸੋ ਬ੍ਰਹਮ ਗਿਆਨੀ ਸੇ ਜਨ ਪਏ। ਬ੍ਰਹਮ ਗਿਆਨੀ ਉਹੀ ਵਿਅਕਤੀ ਹੁੰਦੇ ਹਨ, ਨਾਨਕ ਜਿਨ ਪ੍ਰਭਾਵ ਕਰੇ, ਜਿਨ੍ਹਾਂ ਨੂੰ ਪਰਮਾਤਮਾ ਆਪ ਬ੍ਰਹਮ ਗਿਆਨੀ ਬਣਾਉਂਦਾ ਹੈ। ਅੱਗੇ ਕਹਿੰਦੇ ਬ੍ਰਹਮ ਗਿਆਨੀ ਸਗਲ ਕੀ ਰੀਨਾ। ਰੀਨਾ ਚਰਨ ਧੂੜ ਨੂੰ ਕਹਿੰਦੇ ਨੇ। ਬ੍ਰਹਮ ਗਿਆਨੀ ਸਾਰਿਆਂ ਦੀ ਚਰਨ ਧੂੜ ਹੁੰਦਾ ਹੈ। ਭਾਵ ਉਹਦੇ ਅੰਦਰ ਅਤੀ ਨਿਰਮਾਣਤਾ ਹੁੰਦੀ ਹੈ। ਉਹ ਕਹਿੰਦਾ ਮੈਂ ਸਭ ਤੋਂ ਛੋਟਾ, ਬਾਕੀ ਮੇਰੇ ਤੋਂ ਸਭ ਤੋਂ ਵੱਡੇ ਹਨ, ਬਾਕੀ ਸਾਰੇ ਮੇਰੇ ਤੋਂ ਗ੍ਰੇਟ ਹਨ, ਮੈਂ ਨਿਮਾਣਾ ਨਿਤਾਣਾ ਹਾਂ। ਆਤਮ ਰਸ ਬ੍ਰਹਮ ਗਿਆਨੀ ਚਿੰਨ। ਆਤਮ ਰਸ ਨਾਮ ਰਸ। ਫਿਰ ਬ੍ਰਹਮ ਗਿਆਨੀ ਨਾਮ ਰਸ ਨੂੰ ਜਾਣ ਲੈਂਦਾ ਹੈ। ਨਾਮ 'ਚ ਰਸ ਕੀ ਹੈ? ਆਪਾਂ ਸਿਰ ਪੜ੍ਹਿਆ ਹੋਇਆ ਨਾਮ 'ਚ ਰਸ ਹੁੰਦਾ, ਆਪਾਂ ਨੂੰ ਅਜੇ ਨਹੀਂ ਆਇਆ, ਆਪਾਂ ਉੱਥੇ ਪਹੁੰਚੇ ਹੀ ਨਹੀਂ ਅਜੇ। ਉਹ ਜੋ ਨਾਮ ਰਸ ਹੈ ਉਸ ਨੂੰ ਪਰਖ ਚੱਖ ਲੈਂਦਾ ਹੈ, ਉਹਨੂੰ ਵੇਖ ਲੈਂਦਾ ਨਾਮ ਰਸ ਕਿਹਨੂੰ ਕਹਿੰਦੇ ਨੇ। ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ। ਮਾਇਆ ਮੈਨੇ ਕਿਰਪਾ। ਬ੍ਰਹਮ ਗਿਆਨੀ ਸਾਰੇ 'ਤੇ ਕਿਰਪਾ ਹੁੰਦੀ। ਇਹ ਨਹੀਂ ਉਹ ਕਿਸੇ 'ਤੇ ਕਿਰਪਾ ਕਰਦਾ, ਕਿਸੇ 'ਤੇ ਨਹੀਂ ਕਰਦਾ। ਆਪਾਂ ਤਾਂ ਆਪਣਿਆਂ 'ਤੇ ਕਰਦੇ ਹਾਂ, ਬੇਗਾਨਿਆਂ 'ਤੇ ਨਹੀਂ ਕਰਦੇ। ਪਰ ਉਹਦੇ ਲਈ ਆਪਣੇ ਬੇਗਾਨੇ ਸਾਰੇ ਬਰਾਬਰ ਹੁੰਦੇ ਹਨ। ਇਸ ਲਈ ਕੋਈ ਵੀ ਉਹਨਾਂ ਕੋਲ ਆਵੋ ਉਸ 'ਤੇ ਕਿਰਪਾ ਕਰ ਦਿੰਦੇ ਹਨ। ਬ੍ਰਹਮ ਗਿਆਨੀ 'ਤੇ ਕੁਛ ਬੁਰਾ ਨਾ ਪਿਆ। ਬ੍ਰਹਮ ਗਿਆਨੀ ਕਦੇ ਕਿਸੇ ਦਾ ਬੁਰਾ ਕਰਦਾ ਹੀ ਨਹੀਂ ਹੈਗਾ। ਉਸ ਤੋਂ ਕਿਸੇ ਦਾ ਬੁਰਾ ਹੁੰਦਾ ਹੀ ਨਹੀਂ ਹੈਗਾ। ਬੁਰਾ ਅਸੀਂ ਉਦੋਂ ਕਰਦੇ ਜਦੋਂ ਆਪਣਾ ਅਤੇ ਬੇਗਾਨਾ ਹੁੰਦਾ ਹੈ, ਜਦੋਂ ਸਾਡੇ 'ਤੇ ਦਵੈਤ ਹੁੰਦੀ ਹੈ। ਉਦੋਂ ਬ੍ਰਹਮ ਗਿਆਨੀ ਦਵੈਤ ਹੁੰਦੀ ਨਹੀਂ ਹੈਗੀ। ਜਦੋਂ ਪਰਮਾਤਮਾ ਅੰਦਰ ਪ੍ਰਗਟ ਹੋ ਜਾਂਦਾ ਹੈ, ਇਹ ਦਵੈਤ ਭਾਵਨਾ ਆਪਣੇ ਆਪ ਖਤਮ ਹੋ ਜਾਂਦੀ ਹੈ। ਫਿਰ ਸਾਰੀ ਦੀ ਸਾਰੀ ਦ੍ਰਿਸ਼ਟੀ ਹੀ ਬਦਲ ਜਾਂਦੀ ਹੈ। ਬੰਦੇ ਸਾਰੀ ਸੋਚ ਹੀ ਬਦਲ ਜਾਂਦੀ ਹੈ। ਇੱਕ ਨਵੀਂ ਸੋਚ ਉਹਦੇ ਅੰਦਰ ਪੈਦਾ ਹੋ ਜਾਂਦੀ ਹੈ। ਸੋ ਇਸ ਲਈ ਉਹ ਕਿਸੇ ਦਾ ਬੁਰਾ ਕਰਦੇ ਹੀ ਨਹੀਂ। ਅੰਬਰ ਇੱਕ ਬੰਦ ਕਰਦੇ ਜੀ। ਬ੍ਰਹਮ ਗਿਆਨੀ ਸਦਾ ਸਮਦਰਸੀ। ਸਮ ਹੁੰਦਾ ਬਰਾਬਰ। ਸਮ ਹਿੰਦੀ ਦਾ ਸ਼ਬਦ ਹੈ। ਸਮਦਰਸੀ ਸਭ ਨੂੰ ਬਰਾਬਰ ਦੇਖਣ ਵਾਲਾ, ਇੱਕ ਅੱਖ ਨਾਲ ਵੇਖਣ ਵਾਲਾ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੇ। ਉਹਦੀ ਦ੍ਰਿਸ਼ਟੀ ਤਾਂ ਅੰਮ੍ਰਿਤ ਵਰਸਦਾ ਹੈ। ਜਿਹਦੇ ਵੱਲ ਵੇਖਦਾ ਉਹਦੇ ਕਲਿਆਣ ਕਰਦਾ ਜਾਂਦਾ ਹੈ। ਤਾਂ ਕਿ ਕਿਰਪਾ ਕਟਾਖਿਆ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਦਾਰਿਓ। ਅੰਮ੍ਰਿਤ ਦ੍ਰਿਸ਼ਟੀ ਹੁੰਦੀ। ਜਦੋਂ ਦੇਖਦਾ ਭਲਾ ਕਰਦਾ ਜਾਂਦਾ ਹੈ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ। ਬ੍ਰਹਮ ਗਿਆਨੀ ਕੀ ਨਿਰਮਲ ਜੁਗਤ।
ਜਿਹੜਾ ਬ੍ਰਹਮ ਗਿਆਨੀ ਹੁੰਦਾ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਬੰਧਨਾਂ ਤੋਂ ਉੱਪਰ ਹੁੰਦਾ ਹੈ। ਇਹ ਮੋਹ ਮਾਇਆ ਦੇ ਬੰਧਨਾਂ ਤੋਂ ਮੁਕਤ ਹੁੰਦਾ ਹੈ। ਬ੍ਰਹਮ ਗਿਆਨੀ ਕੀ ਨਿਰਮਲ ਜੁਗਤ, ਬ੍ਰਹਮ ਗਿਆਨੀ ਜੇ ਜੀਵਨ ਜਾਚ ਹੈ ਉਹ ਨਿਰਮਲ ਹੁੰਦੀ, ਬਿਲਕੁਲ ਉਹਦਾ ਪਵਿੱਤਰ ਜੀਵਨ ਹੁੰਦਾ ਹੈ। ਉਹਦੀ ਜੀਵਨ ਜੁਗਤੀ ਹੀ ਐਸੀ ਉਹਦੇ ਸ਼ੁੱਧ ਹੁੰਦੀ ਹੈ, ਪਵਿੱਤਰ ਹੁੰਦੀ ਹੈ। ਕੋਈ ਉਹਦੇ ਅੰਦਰ ਵਲ ਛਲ ਨਹੀਂ ਹੁੰਦਾ ਹੈ। ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान। ब्रह्म ज्ञानी का भोजन असल की है? रब्बी ज्ञान। रब्बी ज्ञान उसका भोजन होंदा है। जिवें साडे लई भोजन जरूरी है, इसलिए उन्होंने रब्बी ज्ञान उन्होंने लिए जरूरी होंदा। आ भाव है, ये नहीं कोई रोटी नहीं खाते, ऐ नहीं किस समझ लेना भी ब्रह्म ज्ञानी जिहड़ा है ज्ञान नूं खांदा है। उन्हें रोटी तो खांदा है, पर ਉਹਦੇ ਲਈ ਮਹਾਨਤਾ ਕਾਹਦੀ ਹੈ? ਗਿਆਨ ਦੀ। ਉਹਦੇ ਲਈ ਗਿਆਨ ਹੀ ਭੋਜਨ ਹੈ। ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਦਾ ਧਿਆਨ ਤੇ ਹਮੇਸ਼ਾ ਪਰਮਾਤਮਾ ਦੇ ਵੱਲ ਰਹਿੰਦਾ ਹੈ। ਬ੍ਰਹਮ ਗਿਆਨੀ ਕਹਿੰਦੇ ਜਿਹਨੂੰ ਬ੍ਰਹਮ ਦਾ ਗਿਆਨ ਹੋ ਜੇ, ਬ੍ਰਹਮ ਪਰਮਾਤਮਾ ਨੂੰ, ਜਿਹਨੂੰ ਪਰਮਾਤਮਾ ਦਾ ਗਿਆਨ ਹੋ ਜੇ, ਜਿਹੜਾ ਪਰਮਾਤਮਾ ਨੂੰ ਮਿਲ ਪਵੇ, ਉਹਨੂੰ ਬ੍ਰਹਮ ਗਿਆਨੀ ਹੁੰਦਾ। ਇੱਕ ਪੜ੍ਹ ਕੇ ਗਿਆਨ ਹੁੰਦਾ ਹੈ, ਉਹ ਨਹੀਂ। ਉਹ ਗਿਆਨ ਤਾਂ ਸਾਨੂੰ ਅਸਲੀ ਗਿਆਨ ਤੱਕ ਲਿਜਾਂਦਾ ਹੈ, ਬਸ ਉਹ ਤਾਂ ਸਿਰਫ ਸਹਾਇਤਾ ਕਰਦਾ। ਜੇ ਮੰਨ ਲਓ ਮੈਂ ਕਿਤਾਬ 'ਚ ਪੜ੍ਹ ਲਿਆ ਵੀ ਮੈਂ ਫਤਿਹਗੜ੍ਹ ਸਾਹਿਬ ਜਾਣਾ, ਪੜ੍ਹ ਲਿਆ ਵੀ ਆਹ ਸੜਕ ਦੂਖਨਾਰ ਤੋਂ ਸੜਕ ਜਾਏਗੀ ਸਰਹੰਦ ਨੂੰ, ਫਿਰ ਇੱਕ ਵੱਡੀ ਸੜਕ ਆ ਜਾਏਗੀ, ਉਹਦੇ ਵਿੱਚੋਂ ਉਹਦੇ ਹੇਠੋਂ ਦੀ ਲੰਘ ਜਾਣਾ ਜੀ, ਫਿਰ ਸਾਰਾ ਪੜ੍ਹ ਲਿਆ। ਪਰ ਅਸਲ ਗਿਆਨ ਕਦੋਂ ਹੋਏਗਾ? ਜਦੋਂ ਉਹ ਸੜਕ ਤੁਰ ਕੇ ਉੱਥੇ ਤੱਕ ਜਾਵਾਂਗੇ। ਹਾਂ, ਇਹ ਜਿਹੜਾ ਕਿਤਾਬੀ ਗਿਆਨ ਹੈ ਇਹ ਸਾਡੀ ਮਦਦ ਕਰਦਾ ਅਸਲੀ ਗਿਆਨ ਤੱਕ ਪਹੁੰਚਣ ਦੇ। ਇਹ ਤਾਂ ਗੁਰੂਆਂ ਦਾ ਗਿਆਨ ਹੈ, ਅਸੀਂ ਆਪਣਾ ਗਿਆਨ ਹਾਸਲ ਕਰਨਾ। ਗੁਰੂਆਂ ਦੇ ਗਿਆਨ ਅਨੁਸਾਰ ਚੱਲਦੇ ਜਾਣਾ, ਚੱਲਦੇ ਜਾਣਾ, ਚੱਲਦੇ ਜਾਣਾ। ਇੱਕ ਦਿਨ ਅਸੀਂ ਵੀ ਉੱਥੇ ਹੀ ਪਹੁੰਚ ਜਾਵਾਂਗੇ ਜਿੱਥੇ ਗੁਰੂ ਮਹਾਰਾਜ ਪਹੁੰਚੇ ਨੇ। ਫਿਰ ਕਹਿੰਦੇ ਸਿੱਖ ਦੇ ਗੁਰੂ 'ਚ ਕੋਈ ਫਰਕ ਨਹੀਂ ਫਿਰ ਆ ਜਾਂਦਾ। ਦੋਨੋਂ ਫਿਰ ਇੱਕੋ ਹੀ ਉਪਦੇਸ਼ ਦਿੰਦੇ ਹਨ। ਬ੍ਰਹਮ ਗਿਆਨੀ ਏਕ ਉਪਰ ਆਸ। ਸਾਨੂੰ ਤਾਂ ਕਦੇ ਕਿਸੇ ਰਿਸ਼ਤੇਦਾਰ ਦੀ ਉਮੀਦ ਹੈ, ਕਦੇ ਪੋਲੀਟੀਕਲ ਬੰਦੇ ਦੀ, ਕਿਸੇ ਕਾਸੇ ਦੀ, ਕਿਸੇ ਦੀ ਕਾਸੇ ਦੀ ਆਸ ਲਾਈ ਬੈਠੇ। ਉਹ ਤਾਂ ਇੱਕ ਪਰਮਾਤਮਾ 'ਤੇ ਆਸ ਰੱਖਦੇ ਨੇ ਬਸ। ਉਹ ਕਿਸੇ ਅੱਗੇ ਹੱਥ ਨਹੀਂ ਅੜਦੇ, ਕਿਸੇ ਅੱਗੇ ਤਰਲੇ ਨਹੀਂ ਕੱਢਦੇ, ਕਿਸੇ ਅੱਗੇ ਸਿਫਾਰਿਸ਼ਾਂ ਨਹੀਂ ਪਾਉਂਦੇ। ਉਹਨਾਂ ਦੀ ਆਸ ਤਾਂ ਪਰਮਾਤਮਾ ਹੁੰਦੀ ਹੈ। ब्रह्म ज्ञानी का नहीं विनाश। ब्रह्म ज्ञानी जिस दर्जे ते पहुँच गया उस दर्जे ते कदे हेठा नहीं फिर आंदा, उसका विनाश नहीं हुंदा। आप तो कई बार उच्ची अवस्था चले गए, हमें कर ली, फिर डाउन आ गए। नहीं, वो ब्रह्म ज्ञानी हुंदे ने, फिर हेठा नूं आउंदे ही नहीं वो बस। इसलिए उहदा विनाश नहीं हुंदा। ब्रह्म ज्ञानी कह गरीबी समाहा। ब्रह्म ज्ञानी कह पर ब्रह्म ज्ञानी पर पुकार उमाह। ਇਹ ਤਾਂ ਗਰੀਬੀ ਤੋਂ, ਪਾਵਰਟੀ ਤੋਂ ਭਾਵ ਨਹੀਂ ਵੀ ਪੈਸਾ ਕੋਈ ਨਹੀਂ, ਭੁੱਖਾ ਨੰਗਾ ਹੋ, ਇਹ ਨਹੀਂ। ਨਿਮਰਤਾ ਨੂੰ ਗਰੀਬੀ ਕਹਿੰਦੇ। ਬ੍ਰਹਮ ਗਿਆਨੀ ਕਹੇ ਗਰੀਬੀ ਸਮਾਹ। ਬ੍ਰਹਮ ਗਿਆਨੀ ਦੇ ਅੰਦਰ ਨਿਮਰਤਾ ਹੁੰਦੀ ਹੈ। ਬ੍ਰਹਮ ਗਿਆਨੀ ਪਰ ਪੁਕਾਰ ਉਮਾਹਾ। ਉਮਾਹਾ ਹੁੰਦਾ ਉਮਾ, ਚਾਅ, ਇੱਛਾ। ਬ੍ਰਹਮ ਗਿਆਨੀ ਹਮੇਸ਼ਾ ਚਾਅ ਹੁੰਦਾ ਕਿ ਦੂਜੇ ਦਾ ਮੈਂ ਭਲਾ ਕਰਾਂ। ਭਲਾ ਕਰਨ ਦਾ ਸ਼ੌਕ ਹੁੰਦਾ ਹੈ, ਉਹਨਾਂ ਦਾ ਚਾਅ ਹੁੰਦਾ ਹੈ, ਉਹਨਾਂ ਦਾ ਉਮਾਹ ਹੁੰਦਾ ਹੈ। ਬ੍ਰਹਮ ਗਿਆਨੀ ਕਾ ਨਾ ਹੀ ਧੰਦਾ। ਆਹ ਸੰਸਾਰਿਕ ਝੰਜਟ ਜਿਹੜੇ ਨੇ ਇਹ ਬ੍ਰਹਮ ਗਿਆਨੀ ਲਈ ਨਹੀਂ ਹੁੰਦੇ। ਅਸੀਂ ਤਾਂ ਝੰਜਟਾਂ 'ਚ ਫਸੇ ਹੋਏ ਹਾਂ। ਔਰ ਕਿ ਯਾਰ ਕਦੋਂ ਇਹ ਜੰਜਾਲ 'ਚੋਂ ਬਾਹਰ ਨਿਕਲਾਂਗੇ, ਕਦੋਂ ਇਹਨਾਂ ਝੰਜਟਾਂ 'ਚ ਬਾਹਰ ਨਿਕਲਾਂਗੇ। ਇਹ ਨਹੀਂ ਕਿ ਬ੍ਰਹਮ ਗਿਆਨੀ ਕੋਈ ਛੜਾ ਹੁੰਦਾ, ਉਹ ਹੁੰਦਾ ਤਾਂ ਪਰਿਵਾਰ ਵਾਲਾ ਹੈ, ਪਰ ਉਹ ਮੋਹ ਮਾਇਆ ਤੋਂ ਨਿਰਲੇਪ ਹੁੰਦਾ, ਇਸ ਲਈ ਝੰਜਟ 'ਚ ਨਹੀਂ ਪੈਂਦਾ। ਮੋਹ ਮਾਇਆ ਤੋਂ ਨਿਰਲੇਪ ਹੋ ਜਾਂਦਾ। ਇਸ ਲਈ ਬ੍ਰਹਮ ਗਿਆਨੀ ਕਹਿ ਨਾ ਹੀ ਧੰਦਾ, ਉਹ ਧੰਦਿਆਂ 'ਚ ਨਹੀਂ ਫਸਦਾ ਹੈ। ਬ੍ਰਹਮ ਗਿਆਨੀ ਲਈ ਧਾਵਤ ਬੰਦਾ। ਬ੍ਰਹਮ ਗਿਆਨੀ ਦੌੜਦੇ ਹੋਏ ਮਨ ਨੂੰ ਰੋਕ ਲੈਂਦਾ ਹੈ। ਉਹਦਾ ਮਨ ਦੌੜਦਾ ਨਹੀਂ। ਆਪਾਂ ਤਾਂ ਵਾਹਿਗੁਰੂ ਵਾਹਿਗੁਰੂ ਕਰ ਲਾਂਦੇ, ਕਦੇ ਮਨ ਕਿਤੇ, ਕਦੇ ਕਿਤੇ, ਕਦੇ ਕਿਤੇ। ਬਾਣੀ ਪੜ੍ਹ ਲੈਂਦੇ ਤਾਂ ਵੀ ਮਨ ਕਿਤੇ, ਕਦੇ ਕਿਤੇ। ਨਹੀਂ,
ਉਹ ਜਿਹੜਾ ਹੈ ਉਹ ਦੌੜਦੇ ਹੋਏ ਮਨ ਨੂੰ ਰੋਕ ਕੇ ਰੱਖਦੇ ਨੇ, ਉਹਨਾਂ ਦਾ ਮਨ ਦੌੜਦਾ ਨਹੀਂ ਹੈਗਾ। ਇਸ ਲਈ ਮਨ ਸ਼ਕਤੀਸ਼ਾਲੀ ਹੋ ਜਾਂਦਾ। ਟਿਕਿਆ ਹੋਇਆ ਮਨ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੁੰਦਾ, ਦੌੜਦਾ ਹੋਇਆ ਮਨ ਕਮਜ਼ੋਰ ਹੋ ਜਾਂਦਾ ਹੈ। ਜਿਵੇਂ ਮੈਂ 7ਵੀਂ ਪੜ੍ਹਦਾ ਸੀ, ਕਹਿੰਦੇ ਟੀਚਰ ਕਹਿੰਦੇ ਸ਼ੀਸ਼ਾ ਲੈ ਕੇ ਸਾਇੰਸ ਰੂਮ ਦੋ ਹੁੰਦੇ, ਇੱਕ ਵਿਚਾਲੇ ਮੋਟਾ ਹੁੰਦਾ, ਇੱਕ ਵਿਚਾਲੇ ਪਤਲਾ। ਉਤਕਲ ਅਬਤਲ ਇਹ ਜਿਹੇ ਨਾਮ ਹੈ ਕਿ ਬਾਅਦ ਤੋਂ ਪਏ ਸੀ, ਬੈਠ ਕਲਾਸ ਲੱਗੀ ਹੋਈ ਸੀ। ਉਹਨੇ ਕਾਗਜ਼ ਲਿਆ, ਸੂਰਜ ਵੱਲ ਨੂੰ ਕੀਤਾ, 2-3 ਮਿੰਟ ਕਰੀ ਰੱਖਿਆ, ਕਹਿੰਦੇ ਨੂੰ ਅੱਗ ਨਹੀਂ ਨਾ ਲੱਗੀ। ਲੋਕ ਕਹਿੰਦੇ ਹੁਣ ਆਪਾਂ ਨੂੰ ਅੱਗ ਲਾਉਣੀ। ਉਹਨੇ ਸ਼ੀਸ਼ਾ ਕਾਗਜ਼ ਦੇ ਅੱਗੇ ਕਰਤਾ, ਉਹ ਕੁਝ ਦੇਰ ਬਾਅਦ ਹੀ ਕਾਗਜ਼ 'ਚ ਧੂੰਆਂ ਨਿਕਲ ਲੱਗ ਗਿਆ, ਕਾਗਜ਼ ਨੂੰ ਅੱਗ ਲੱਗ ਗਈ। ਕਹਿੰਦੇ ਤੁਸੀਂ ਹੈਰਾਨ ਹੋਗੇ ਹੁਣ ਕਿਉਂ ਅੱਗ ਲੱਗ ਗਈ? ਕਹਿੰਦੇ ਸ਼ੀਸ਼ੇ 'ਚ ਇੱਕ ਖੂਬੀ ਹੈ ਕਿ ਸੂਰਜ ਦੀਆਂ ਸਾਰੀਆਂ ਕਿਰਨਾਂ ਨੂੰ ਇੱਕ ਕਿਰਨ ਬਣਾ ਕੇ ਉਹ ਕਾਗਜ਼ 'ਤੇ ਪਾਉਂਦਾ। ਪਹਿਲਾਂ ਕਿਰਨਾਂ ਖਿੜੀਆਂ ਹੋਈਆਂ ਸਨ, ਕਮਜ਼ੋਰ ਸਨ, ਫਿਰ ਜਦ ਸਾਰੀਆਂ ਇੱਕ ਥਾਂ 'ਤੇ ਇਕੱਠੀਆਂ ਹੋ ਕੇ ਤਾਕਤਵਰ ਹੋ ਗਏ, ਉਹਨਾਂ ਕਾਗਜ਼ ਸੜਦਾ, ਇੰਨੀ ਗਰਮੀ ਹੋ ਗਈ। ਇਸ ਤਰ੍ਹਾਂ ਜਿਹੜਾ ਸਾਡਾ ਖਿੜਿਆ ਹੋਇਆ ਮਨ ਹੈ, ਉਸ 'ਚ ਅਸੀਂ ਕਾਮਯਾਬ ਨਹੀਂ ਹੁੰਦੇ। ਜਦੋਂ ਮਨ ਇੱਕ ਹੋ ਜਾਏਗਾ, ਬਸ ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਸੋ ਇਸ ਲਈ ਸਾਨੂੰ ਪਰਮਾਤਮਾ ਦੀ ਕਿਉਂ ਨਹੀਂ ਪ੍ਰਾਪਤੀ ਹੋਈ? ਕਿ ਸਾਡਾ ਮਨ ਹੀ ਨਹੀਂ ਇੱਕ ਹੁੰਦਾ, ਇਹ ਬਸ ਇਹ ਖਿੜਿਆ ਰਹਿੰਦਾ ਹੈ। ਨਹੀਂ ਤਾਂ ਇਕਾਗਰ ਹੋਏ ਹੋਏ ਮਨ ਦੇ 'ਚ ਬਹੁਤ ਜ਼ਿਆਦਾ ਸ਼ਕਤੀ ਹੁੰਦੀ। ਗੁਰੂ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ। ਬ੍ਰਹਮ ਗਿਆਨੀ ਤਾਂ ਜਦੋਂ ਵੀ ਹੁੰਦਾ ਭਲਾ ਹੀ ਹੁੰਦਾ। ਆਪਾਂ ਮਾੜਾ ਕਦੋਂ ਕਰਦੇ? ਜਦੋਂ ਆਪਣਾ ਲੱਗੇ ਆਪਣਾ ਦੁਸ਼ਮਣ ਹੈ, ਇਹ ਆਪਣਾ ਵਿਰੋਧੀ ਹੈ, ਉਹਦਾ ਤਾਂ ਮਾੜਾ ਕਰਦੇ। ਕੋਈ ਦੋਸਤ ਦਾ, ਕੋਈ ਆਪਣੇ ਰਿਸ਼ਤੇਦਾਰ ਦਾ ਮਾੜਾ ਨਹੀਂ ਕਰਦਾ ਹੈਗਾ। ਜਿਹਦੇ ਨਾਲ ਪਿਆਰ ਹੈ ਉਹਦਾ ਮਾੜਾ ਨਹੀਂ ਕਰਦਾ। ਬ੍ਰਹਮ ਗਿਆਨੀ ਦੀ ਨਜ਼ਰਾਂ ਸਾਰੇ ਹੀ ਇੱਕਸਾਰ ਹੁੰਦੇ ਹਨ, ਇਸ ਲਈ ਉਹ ਜਦੋਂ ਵੀ ਕਰਦਾ ਭਲਾ ਹੀ ਕਰਦਾ। ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ, ਬ੍ਰਹਮ ਗਿਆਨੀ ਸੁਫਲ ਭਲਾ। ਇਹਨੂੰ ਸੁਫਲ ਨਹੀਂ ਪੜ੍ਹਨਾ, ਸੁਫਲ ਕੋਈ ਸ਼ਬਦ ਨਹੀਂ ਹੈ। ਸੋ ਹੁੰਦਾ ਚੰਗਾ, ਜਿਵੇਂ ਸੋ ਪੁੱਤਰ, ਸੁਪੁੱਤਰ ਜਿਹਨੂੰ ਆਪਾਂ ਕਹਿੰਦੇ। ਕੋ ਹੁੰਦਾ ਭੈੜਾ, ਕਪੁੱਤਰ ਭੈੜਾ ਪੁੱਤਰ। ਇਸ ਤਰ੍ਹਾਂ ਸੁਫਲ ਸੋਹਣੇ ਫਲ ਵਾਲਾ। ਬ੍ਰਹਮ ਗਿਆਨੀ ਸੋਹਣੇ ਫਲ ਵਾਲਾ ਹੁੰਦਾ ਹੈ। ਇਹ ਨਹੀਂ ਕਿ ਉਹਨੂੰ ਕੋਈ ਸੇਬ ਸੋਹਣੇ ਲੱਗਦੇ ਨੇ ਜਾਂ ਕੇਲੇ ਸੋਹਣੇ ਲੱਗਦੇ ਨੇ, ਇਸ ਤਰ੍ਹਾਂ ਨਹੀਂ ਸਮਝਣਾ। ਹਾਂ, ਭਾਵ ਉਸ ਤੋਂ ਜੋ ਵੀ ਹੁੰਦਾ ਵਧੀਆ ਹੁੰਦਾ, ਬਸ ਭਲਾ ਹੀ ਭਲਾ ਹੈ, ਸਫਲਾ ਹੀ ਸਫਲਾ ਉਹਦਾ ਜੀਵਨ ਹੈ। ਬ੍ਰਹਮ ਗਿਆਨੀ ਸੰਗ ਸਗਲ ਉਧਾਰ। ਜਿਹੜਾ ਵੀ ਬ੍ਰਹਮ ਗਿਆਨੀ ਦੀ ਸੰਗਤ ਕਰਦਾ ਸਭ ਦਾ ਭਲਾ ਹੁੰਦਾ। ਉਧਾਰ ਹੁੰਦਾ ਭਲਾ ਹੋਣਾ, ਸਭ ਦਾ ਭਲਾ ਹੁੰਦਾ। ਕਿਉਂ? ਉਹਦਾ ਕੰਮ ਹੀ ਭਲਾ ਕਰਨਾ। ਇਸ ਲਈ ਜਿਹੜਾ ਉਹਦੀ ਸੰਗਤ ਕਰਦਾ ਉਹਦਾ ਭਲਾ ਹੁੰਦਾ ਰਹਿੰਦਾ ਹੁੰਦਾ, ਉਹਦਾ ਪਾਰ ਉਤਾਰਾ ਹੋ ਜਾਂਦਾ ਹੈ। ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਇਸ ਲਈ ਬ੍ਰਹਮ ਗਿਆਨੀ ਨੇ ਸਾਰਾ ਸੰਸਾਰ ਜਪਦਾ ਹੈ, ਸਭ ਉਹਦੀ ਵਡਿਆਈ ਕਰਦੇ ਨੇ। ਹਾਂਜੀ, ਅੱਜ ਪਹੁੰਚਿਆ ਹੈ ਮਹਾਂਪੁਰਖ ਨੇ ਕਿੰਨਾ ਆਦਰ ਮਾਣ ਲੋਕ ਕਰਦੇ ਹਨ। ਬ੍ਰਹਮ ਗਿਆਨੀ ਕੈ ਏਕ ਹੈ ਰੰਗ। ਇੱਕੋ ਰੰਗ ਹੈ, ਇੱਕ ਹੈ ਰੰਗ। ਇੱਕ ਪਰਮਾਤਮਾ ਨਾਲ ਉਹਦਾ ਪਿਆਰ ਹੁੰਦਾ। ਸਾਡਾ ਤਾਂ ਮਾਇਆ ਨਾਲ ਪਿਆਰ ਹੈ, ਸੰਸਾਰਿਕ ਚੀਜ਼ਾਂ ਨਾਲ ਪਿਆਰ ਹੈ। ਉਹਦਾ ਕੀ ਹੈ? ਇੱਕ ਨਾਲ ਹੀ ਪਿਆਰ। ਰੰਗ ਮੇਰੇ ਪਿਆਰ ਨੂੰ ਕਹਿੰਦੇ। ਬ੍ਰਹਮ ਗਿਆਨੀ ਕੈ ਏਕ ਹੈ ਰੰਗ। ਬ੍ਰਹਮ ਗਿਆਨੀ ਦਾ ਇੱਕ ਪਰਮਾਤਮਾ ਨਾਲ ਹੀ ਪਿਆਰ ਹੁੰਦਾ ਹੈ। ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ। ਕਿਉਂਕਿ ਪਰਮਾਤਮਾ ਸਦਾ ਹੀ ਬ੍ਰਹਮ ਗਿਆਨੀ ਦੇ ਨਾਲ ਵਸਦਾ ਹੈ, ਕਿ ਉਹਦਾ ਪਰਮਾਤਮਾ ਨਾਲ ਪਿਆਰ ਹੁੰਦਾ ਹੈ। ਅਤੇ ਜਿਹਦੇ ਨਾਲ ਪਿਆਰ ਹੈ, ਪਰਮਾਤਮਾ ਜਾਂ ਗੁਰੂ ਮਹਾਰਾਜ ਪਿਆਰ ਦੇ ਬੱਝੇ ਹੋਏ ਨੇ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਿਆਰ ਦੇ ਬੱਝੇ ਹੋਏ ਨੇ। ਕੋਈ ਵੀ ਪਿਆਰ ਕਰੇਗਾ, ਗੁਰੂ ਮਹਾਰਾਜ ਉੱਥੇ ਚਲੇ ਜਾਂਦੇ। ਕਿੱਥੇ ਰਾਜਾ ਸ਼ਿਵਨਾਭ ਸਮੁੰਦਰ ਦੇ ਵਿੱਚ ਰਹਿੰਦਾ ਹੈ, ਕਿਤੇ ਗੁਰੂ ਨਾਨਕ ਦੇਸਾਂ ਪ੍ਰਦੇਸਾਂ 'ਚ ਫਿਰਦੇ ਨੇ। ਮਨਸੁਖ ਇੱਕ ਆਪਣਾ ਸਿੱਖ ਹੋਇਆ ਗੁਰੂ ਨਾਨਕ ਦਾ, ਮਨਸੁਖ। ਉਹਨੇ ਗੁਰੂ ਨਾਨਕ ਦੀ ਵਡਿਆਈ ਕੀਤੀ,
ਰਾਜਾ ਸ਼ਿਵ ਨਾਮ ਕੋਲ, ਉਹਦੇ ਅੰਦਰ ਇੱਛਾ ਪੈਦਾ ਹੋਈ ਰਾਜ ਦੇ ਵੀ ਮੈਂ ਗੁਰੂ ਨਾਨਕ ਨੂੰ ਮਿਲਾਂ। ਉਹ ਕਹਿੰਦਾ ਮੈਂ ਗੁਰੂ ਨਾਨਕ ਨੂੰ ਮਿਲਣਾ ਚਾਹੁੰਦਾ, ਮੈਂ ਕਿਵੇਂ ਮਿਲ ਸਕਦਾ? ਉਹ ਕਹਿੰਦੇ ਵੀ ਦੇਖੋ ਜੀ, ਉਹ ਇੱਕ ਥਾਂ 'ਤੇ ਰਹਿੰਦੇ ਨਹੀਂ ਹੈਗੇ, ਕਦੇ ਕਿਤੇ ਕਦੇ ਕਿਤੇ, ਇਸ ਲਈ ਤੁਸੀਂ ਨਹੀਂ ਉਹਨਾਂ ਨੂੰ ਲੱਭ ਸਕਦੇ। ਤੁਸੀਂ ਬਸ ਅੰਤਰਾਤਮਾ ਉਹਨਾਂ ਨੂੰ ਪਿਆਰ ਕਰਦੇ ਰਿਹਾ ਕਰੋ, ਉਹ ਇੱਕ ਦਿਨ ਆਪੇ ਤੁਹਾਡੇ ਕੋਲ ਆ ਜਾਣਗੇ। ਉਹ ਪਿਆਰ ਦੇ ਵਸ 'ਚ ਨੇ। ਪਿਤਾ ਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ। ਫਿਰ ਇੱਕ ਦੇ ਗੁਰੂ ਨਾਨਕ ਦੇ ਚਲੇ ਗਏ ਉੱਥੇ। ਸੋ ਇਸ ਲਈ ਪਰਮਾਤਮਾ ਬ੍ਰਹਮ ਗਿਆਨੀ ਦੇ ਨਾਲ ਵਸਦਾ ਹੈ। ਉਹ ਇਸ ਲਈ ਵਸਦਾ ਕਿ ਬ੍ਰਹਮ ਗਿਆਨੀ ਪਰਮਾਤਮਾ ਨੂੰ ਪਿਆਰ ਕਰਦਾ ਹੈ, ਇਸ ਲਈ ਪਿਆਰ ਦਾ ਬੱਝਿਆ ਹੋਇਆ ਹੈ। ਕਿਸੇ ਨੂੰ ਵੀ ਤੁਸੀਂ ਵਸ 'ਚ ਕਰਨਾ ਹੈ, ਮਾਨਸਿਕ ਤੌਰ 'ਤੇ ਵਸ 'ਚ ਕਰਨਾ, ਉਹ ਪਿਆਰ ਇੱਕ ਸਾਧਨ ਹੈ। ਡੰਡੇ ਦੇ ਜ਼ੋਰ ਨਾਲ ਅਸੀਂ ਕਿਸੇ ਨੂੰ ਕੈਦ 'ਤੇ ਕਰ ਸਕਦੇ ਹਾਂ, ਵਸ 'ਚ ਨਹੀਂ ਕਰ ਸਕਦੇ। ਡੰਡੇ ਦੇ ਜ਼ੋਰ ਨਾਲ ਅਸੀਂ ਆਪਣੀ ਗੱਲ 'ਤੇ ਮਨਵਾ ਸਕਦੇ ਹਾਂ, ਪਰ ਕਿਹਦਾ ਮਨ ਨਹੀਂ ਜਿੱਤ ਸਕਦੇ। ਕਿਹਦਾ ਦਿਲ ਜਿੱਤਣ ਲਈ, ਮਨ ਜਿੱਤਣ ਲਈ ਪਿਆਰ ਦੀ ਲੋੜ ਹੈ। ਪਿਆਰ ਕਰੋਗੇ ਫਿਰ ਅਗਲੇ ਦਾ ਮਨ ਜਿੱਤਿਆ ਜਾ ਸਕਦਾ ਹੈ। ਇਸ ਲਈ ਪਰਮਾਤਮਾ ਜਿੱਥੇ ਅਸੀਂ ਨਾਮ ਲੈਣਾ ਉੱਥੇ ਉਹਨੂੰ ਪਿਆਰ ਵੀ ਕਰਨਾ ਹੈ। ਜਿੱਥੇ ਬਾਣੀ ਪੜ੍ਹਨੀ, ਜਿਸ ਗੁਰੂ ਦੀ ਬਾਣੀ ਵੀ ਗੁਰੂ ਨੂੰ ਪਿਆਰ ਵੀ ਕਰਨਾ ਹੈ, ਤਾਂ ਗੁਰੂ ਮਹਾਰਾਜ ਆਉਣਗੇ। ਹਾਂਜੀ, ਇਹ ਤਾਂ ਗੁਰੂ ਨਾਨਕ ਦੇ ਭਾਈ ਲੈਣਾ ਨੂੰ ਕਹਿ ਦਿੱਤਾ ਸੀ ਕਿ ਜਿੱਥੇ ਵੀ ਪਿਆਰ ਨਾਲ ਸਾਡੀ ਕੋਈ ਬਾਣੀ ਪੜ੍ਹਦਾ ਹੈ ਲੈਣਾ ਜੀ, ਅਸੀਂ ਉੱਥੇ ਜਾਂਦੇ ਹਾਂ। ਗੱਲ ਤਾਂ ਪਿਆਰ ਦੀ ਹੈ। ਬਾਣੀ ਤਾਂ ਬੜੀ ਦੁਨੀਆ ਪੜ੍ਹਦੀ ਹੈ, ਬਾਣੀ ਤਾਂ ਦੇਖੋ ਬੜੀ ਦੁਨੀਆ ਪੜ੍ਹਦੀ ਹੈ, ਪਰ ਉਹ ਕੋ ਬੜੇ ਪਿਆਰ ਚਾਹ ਕੇ ਪੜ੍ਹੇਗਾ ਤਾਂ ਗੁਰੂ ਮਹਾਰਾਜ ਉੱਥੇ ਆਉਣਗੇ। ਜੇ ਇੱਕ ਕੀਰਤਨ ਹੈ, ਇੱਕ ਕੀਰਤਨ ਪੈਸੇ ਦੀ ਖਾਤਰ ਕੀਤਾ ਜਾਂਦਾ ਹੈ, ਉੱਥੇ ਨਹੀਂ ਗੱਲ ਬਣਦੀ। ਇੱਕ ਕੀਰਤਨ ਵੈਸੇ ਹੀ ਕੀਤਾ ਜਾਂਦਾ ਗੁਰੂ ਦੀ ਖੁਸ਼ੀ ਲਈ, ਉੱਥੇ ਸੰਭਾਵਨਾ ਹੁੰਦੀ ਹੈ। ਔਰ ਇੱਕ ਤਾਂ ਇਹ ਤਾਂ ਪੈਸੇ ਲਈ ਕਰ ਰਿਹਾ ਜੀ, ਅੰਦਰੋਂ ਇਹਨੂੰ ਕੋਈ ਨਹੀਂ ਪਿਆਰ ਹੈਗਾ, ਇਹ ਤਾਂ ਪੈਸੇ ਦੀ ਖਾਤਰ ਕਰ ਰਿਹਾ ਹੈ। ਭਾਵਨਾ ਤੇ ਬੰਦੇ ਫਰਕ ਹੁੰਦਾ ਹੈ। ਇਸ ਲਈ ਕਹਿੰਦੇ ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਨਾਮ ਪਰਿਵਾਰ। ਬ੍ਰਹਮ ਗਿਆਨੀ ਜਿਹੜਾ ਨਾਮ ਹੈ ਨਾ ਪਰਮਾਤਮਾ ਦਾ, ਉਹੀ ਉਹਦੇ ਜੀਵਨ ਦਾ ਆਧਾਰ ਹੈ। ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੋਇਆ, ਉਹਨੇ ਕਿਹਾ ਆਖਾਂ ਜੀਵਾਂ ਵਿਸਰੈ ਮਰ ਜਾਉ, ਕਿਉਂਕਿ ਉਹ ਨਾਮ ਜਪੇ ਬਿਨਾਂ ਰਹਿ ਹੀ ਨਹੀਂ ਸਕਦੇ। ਜਿਵੇਂ ਆਪਾਂ ਰੋਟੀ ਪਾਣੀ ਬਿਨਾਂ ਨਹੀਂ ਰਹਿ ਸਕਦੇ, ਇਸ ਤਰ੍ਹਾਂ ਭਜਨ ਬੰਦਗੀ ਕਰਨ ਵਾਲਾ ਬੰਦਾ ਨਾਮ ਤੋਂ ਬਿਨਾਂ ਨਹੀਂ ਰਹਿ ਸਕਦਾ। ਉਹਨੇ ਨਾਮ ਜਪਣਾ ਹੀ ਜਪਣਾ ਹੈ। ਜਿਵੇਂ ਜਿਹੜੇ ਰੋਜ਼ ਸੈਰ ਕਰਨ ਜਾਂਦੇ ਨੇ, ਉਹ ਸੈਰ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ। ਜਿੱਦੇ ਬਰਸਾਤ ਬਰਸੂਤ ਹੋਵੇ, ਉਹਨਾਂ ਅਚਵੀ ਲੱਗੀ ਰਹਿੰਦੀ ਹੈ ਕਿ ਕਦੋਂ ਮੀਂਹ ਹਟੇ ਅਸੀਂ ਸੈਰ ਕਰਨ ਜਾਈਏ, ਨਹੀਂ ਤਾਂ ਫਿਰ ਆਪਣੇ ਘਰ 'ਚ ਜਿਹੜੀ ਥੋੜ੍ਹੀ ਬਹੁਤੀ ਥਾਂ ਉੱਥੇ ਫਿਰੀ ਜਾਂਦੇ ਨੇ, ਉਹ ਰਹਿ ਨਹੀਂ ਸਕਦੇ ਹਨ। ਇਸੇ ਤਰ੍ਹਾਂ ਜਿਹੜਾ ਬ੍ਰਹਮ ਗਿਆਨੀ ਹੈ, ਉਹ ਪਰਮਾਤਮਾ ਦੇ ਨਾਮ ਤੋਂ ਬਿਨਾਂ ਨਹੀਂ ਰਹਿ ਸਕਦਾ। ਇਸ ਲਈ ਪਰਮਾਤਮਾ ਦਾ ਨਾਮ ਉਹਦੇ ਜੀਵਨ ਦਾ ਆਧਾਰ ਹੁੰਦਾ ਹੈ। ਬ੍ਰਹਮ ਗਿਆਨੀ ਕੈ ਨਾਮ ਪਰਿਵਾਰ, ਪਰਮਾਤਮਾ ਦਾ ਨਾਮ ਹੀ ਬ੍ਰਹਮ ਗਿਆਨੀ ਲਈ ਆਪਣਾ ਪਰਿਵਾਰ ਹੁੰਦਾ ਹੈ। ਜਿਵੇਂ ਆਪਾਂ ਪਰਮਾਤਮਾ ਪਰਿਵਾਰ ਦਾ ਭਲਾ ਸੋਚਦੇ ਹਾਂ, ਪਰਿਵਾਰ ਨੂੰ ਪਿਆਰ ਕਰਦੇ ਹਾਂ, ਇਸ ਤਰ੍ਹਾਂ ਉਹ ਪਰਮਾਤਮਾ ਦੇ ਨਾਮ ਨੂੰ ਪਿਆਰ ਕਰਦਾ ਹੈ। ਪਰਮਾਤਮਾ ਦਾ ਨਾਮ ਹੀ ਉਹਦਾ ਪਰਿਵਾਰ ਹੁੰਦਾ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਉਹਨਾਂ ਲਈ ਪਰਮਾਤਮਾ ਸਭ ਕੁਛ ਹੈ, ਉਹਦਾ ਨਾਮ ਹੀ ਸਭ ਕੁਛ ਹੈ, ਉਹੀ ਉਹਦੇ ਰਿਸ਼ਤੇਦਾਰ ਹੈ। ਬ੍ਰਹਮ ਗਿਆਨੀ ਸਦਾ ਸਦ ਜਾਗਤ। ਇੱਕ ਜਾਗਣਾ ਹੁੰਦਾ, ਜਿਵੇਂ ਹੁਣ ਆਪਾਂ ਜਾਗ ਰਹੇ ਹਾਂ, ਰਾਤ ਨੂੰ ਸੌਂਦੇ ਹਾਂ, ਇਹ ਨਹੀਂ। ਸਦਾ ਜਾਗਣ ਤੋਂ ਭਾਵ ਹੈ ਬ੍ਰਹਮ ਗਿਆਨੀ ਨੂੰ ਸਦਾ ਹੀ ਯਾਦ ਰਹਿੰਦਾ ਕਿ ਮੈਨੂੰ ਪਰਮਾਤਮਾ ਨੇ ਸੰਸਾਰ 'ਤੇ ਨਾਮ ਜਪਣ ਲਈ ਭੇਜਿਆ। ਇਹ ਉਹਨੂੰ ਹਮੇਸ਼ਾ ਯਾਦ ਰਹਿੰਦਾ, ਇਸ ਲਈ ਨਾਮ ਜਪਦਾ ਰਹਿੰਦਾ। ਇਹਨੂੰ ਜਾਗਣਾ ਕਹਿੰਦੇ। ਜਾਗ ਤੇ ਆਪਾਂ ਵੀ ਰਹੇ ਹੁੰਦੇ ਹਾਂ, ਪਰ ਕਿੰਨੇ ਘੰਟੇ ਨਾਮ ਭੁੱਲਿਆ ਰਹਿੰਦਾ ਹੈ। ਇਹ ਜਾਗਣਾ ਨਹੀਂ, ਆਹੀ ਜਾਗਣਾ। ਸੁਚੇਤ ਰਹਿਣਾ ਆਪਣੇ ਫਰਜ਼ਾਂ ਪ੍ਰਤੀ। ਉਹਨਾਂ ਨੂੰ ਪਤਾ ਹੁੰਦਾ ਮੈਂ ਨਾਮ ਜਪ ਕੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ। ਪਰਮਾਤਮਾ ਨੇ ਮਨੁੱਖਾ ਜੀਵਨ ਸਿਰਫ ਇਸ ਲਈ ਦਿੱਤਾ ਕਿ ਤੂੰ ਨਾਮ ਜਪ, ਤੂੰ ਮੇਰੇ ਤੱਕ ਆ ਜਾ, ਤੇਰਾ ਜੰਮਣ ਮਰਨ ਦਾ ਚੱਕਰ ਖਤਮ ਹੋ ਜਾਵੇਗਾ। ਇਸ ਲਈ ਉਹ ਜਾਗਦੇ ਨੇ। ਆਪ
ਉਂਝ ਜਿਉਂ ਜਿਉਂ ਨਾਮ ਦੀ ਅਵਸਥਾ ਉੱਚੀ ਹੁੰਦੀ ਹੈ ਤੇ ਉੱਤੇ ਸਾਡੀ ਨੀਂਦ ਘਟਦੀ ਜਾਂਦੀ ਹੈ। ਇਹ ਘਟਦੀ ਜਾਂਦੀ ਫਿਰ। ਆਮ ਬੰਦਾ 6 ਘੰਟੇ ਸੌਂਦਾ, ਫਿਰ ਹੌਲੀ ਹੌਲੀ 5 ਘੰਟੇ, 4 ਘੰਟੇ, 3 ਘੰਟੇ, 2 ਘੰਟੇ, 1 ਘੰਟਾ, ਅੱਧਾ ਘੰਟਾ, ਇਸ ਤਰ੍ਹਾਂ ਵੀ ਹੁੰਦੇ। ਬਸ ਇਹਨੇ 'ਚ ਸਰ ਜਾਂਦਾ, ਕਿਉਂਕਿ ਨੀਂਦ ਨਾਲ ਜਿਹੜਾ ਸਰੀਰ ਨੂੰ ਆਰਾਮ ਮਿਲਣਾ ਹੈ, ਉਹ ਨਾਮ ਜਪਣ ਨਾਲ ਐਨਰਜੀ ਮਿਲ ਜਾਂਦੀ ਸਰੀਰ ਨੂੰ। ਐਨਰਜੀ ਉਹਨੇ ਇਸ ਤਰ੍ਹਾਂ ਮਿਲ ਜਾਂਦੀ ਉਸਨੂੰ, ਇਸ ਲਈ ਉਹਦਾ ਥੋੜ੍ਹੇ ਸੌਣ ਨਾਲ ਸਰ ਜਾਂਦਾ ਹੈ। ਆਪਣੇ ਆਪ ਹੀ ਉਹਦੀ ਨੀਂਦ ਘੱਟ ਜਾਂਦੀ ਹੈ। ਇਹ ਨਹੀਂ ਕੋਈ ਅਲਾਰਮ ਲਾ ਲਾ ਕੇ ਆਪਣੀ ਨੀਂਦ ਘਟਾਉਂਦਾ, ਨਹੀਂ, ਵੈਸੇ ਹੀ ਨੀਂਦ ਘੱਟ ਜਾਂਦੀ। ਜਿਉਂ ਜਿਉਂ ਤੁਹਾਡਾ ਸਿਮਰਨ ਵਧੀ ਜਾਏਗਾ, ਤੁਹਾਡੀ ਨੀਂਦ ਘਟਦੀ ਜਾਏਗੀ। ਜਿਉਂ ਜਿਉਂ ਭਜਨ ਬੰਦਗੀ ਨਹੀਂ ਕਰੋਗੇ, ਤੁਹਾਡੀ ਨੀਂਦ ਵੱਧਦੀ ਜਾਏਗੀ। ਸੰਸਾਰੀ ਲੋਕ ਜਿਉਂ ਸੌਂਦੇ 10 ਤੋਂ ਲੈ ਕੇ ਸਵੇਰੇ 7-8 ਵਜੇ ਤੱਕ ਸੁੱਤੇ ਰਹਿੰਦੇ ਨੇ। ਸੁੱਤੇ ਰਹਿੰਦੇ ਕਿਉਂ? ਭਜਨ ਬੰਦਗੀ ਕਰਨੀ ਨਹੀਂ, ਅਸੀਂ ਸੁੱਤੇ ਰਹਿਣਾ। ਉੱਠ ਕੇ ਕੀ ਕਰਨਾ? ਇੱਕ ਨੂੰ ਕਿਹਾ ਵੀ ਅੰਮ੍ਰਿਤ ਵੇਲੇ ਉੱਠਿਆ ਕਰੋ, ਕਹਿ ਜੀ ਮੈਂ 9:45 ਵਜੇ ਬੈਂਕ ਜਾਣਾ ਹੁੰਦਾ। ਜੇ ਮੈਂ ਅੰਮ੍ਰਿਤ ਉੱਠ ਕੇ ਭਜਨ ਬੰਦਗੀ, ਮੈਂ ਤਾਂ 9:45 ਵਜੇ ਥੱਕ ਹੀ ਜਾਵਾਂਗਾ, ਉੱਥੇ ਕੰਮ ਕੀ ਕਰਾਂਗਾ ਜਾ ਕੇ? ਭਜਨ ਬੰਦਗੀ ਨਹੀਂ ਕਰਨੀ, ਪਹਿਲੇ ਸੋਚ ਰੱਖਿਆ ਵੀ ਮੈਂ ਤਾਂ ਥੱਕ ਜਾਵਾਂਗਾ, 9:45 ਵਜੇ ਤੱਕ ਵਹਿਰੂ ਕਰਦਾ, ਉੱਥੇ ਭਜਨ, ਉੱਥੇ ਬੈਂਕ 'ਚ ਕਿਵੇਂ ਕੰਮ ਕਰਾਂਗਾ? ਪਹਿਲੇ ਬਾਨੇ ਘੜੇ ਹੋਏ। ਹੁਣ ਇਹ ਨਹੀਂ ਪਤਾ ਸਗੋਂ ਇਹਦੇ ਨਾਲ ਤੇਰੇ ਐਨਰਜੀ ਆ ਜਾਣੀ ਹੈ। ਸੋ ਗੁਰੂ ਮਹਾਰਾਜ ਕਹਿੰਦੇ, ਬ੍ਰਹਮ ਗਿਆਨੀ ਸਦਾ ਸਦ ਜਾਗਤ। ਬ੍ਰਹਮ ਗਿਆਨੀ ਅਹਿਮ ਬੁੱਧ। ਇਹਨੂੰ ਅਹੰਗ ਬੁੱਧ ਨਹੀਂ ਪੜ੍ਹਨਾ, ਇਹ ਸੰਸਕ੍ਰਿਤ ਦਾ ਸ਼ਬਦ ਹੈ। ਅਹਿਮ, ਆੜੇ ਨੂੰ ਦਿਲਾਵਾਂ ਨਾਲ ਬਿੰਦੀ, ਹਾ ਮੰਮਾ। ਅਹਿਮ ਹੰਕਾਰ ਨੂੰ ਕਹਿੰਦੇ ਨੇ। ਬੁੱਧ ਮਤ, ਜਿਹੜੀ ਹੰਕਾਰੀ ਮਤ ਹੈ, ਉਹਨੂੰ ਕਹਿੰਦੇ ਸੰਸਕ੍ਰਿਤ ਕਹਿੰਦੇ ਅਹਿਮ ਬੁੱਧ। ਬ੍ਰਹਮ ਗਿਆਨੀ ਅਹਿਮ ਬੁੱਧ ਤਿਆਗਤ। ਬ੍ਰਹਮ ਗਿਆਨੀ ਜਿਹੜਾ ਹੰਕਾਰੀ ਮਤ ਛੱਡ ਦਿੰਦਾ, ਉਸ 'ਚ ਹੰਕਾਰ ਹੁੰਦਾ ਹੀ ਨਹੀਂ, ਉਸ 'ਚ ਹੰਕਾਰ ਹੁੰਦਾ ਹੀ ਨਹੀਂ, ਇਸ ਲਈ ਉਹ ਹੰਕਾਰੀ ਮਤ ਉਹਦੇ ਵਿੱਚ ਹੁੰਦੀ ਹੋਈ ਨਹੀਂ ਹੈ। ਬ੍ਰਹਮ ਗਿਆਨੀ ਕੇ ਮਨ ਪਰਮਾਨੰਦ। ਬ੍ਰਹਮ ਦੇ ਮਨ ਤੇ ਪਰਮਾਤਮਾ ਵਸਦਾ ਹਮੇਸ਼ਾ। ਪਰਮਾਨੰਦ 2 ਸ਼ਬਦਾਂ ਤੋਂ ਬਣਿਆ। ਪਰਮ ਆਨੰਦ, ਪਰਮ ਸਭ ਤੋਂ ਉੱਚੀ ਅਵਸਥਾ ਨੂੰ ਕਿਹਾ ਗਿਆ। ਸੋ ਬ੍ਰਹਮ ਗਿਆਨੀ ਦੇ ਮਨ 'ਚ ਸਦਾ ਹੀ ਪਰਮਾਨੰਦ ਹੁੰਦਾ, ਸਦਾ ਹੀ ਪਰਮ ਆਨੰਦ ਹੁੰਦਾ ਹੈ। ਕਿਉਂਕਿ ਜਿੱਥੇ ਪਰਮਾਤਮਾ ਵਸਦਾ ਉੱਥੇ ਹੰਕਾਰ ਨਹੀਂ ਹੁੰਦਾ, ਅਤੇ ਜਿੱਥੇ ਹੰਕਾਰ ਹੁੰਦਾ ਤਾਂ ਪਰਮਾਤਮਾ ਨਹੀਂ ਹੁੰਦਾ। ਦੋਨਾਂ 'ਚ ਇੱਕੋ ਹੀ ਚੀਜ਼ ਹੋਏਗੀ। ਜਿੱਥੇ ਹੰਕਾਰ ਹੋਏਗਾ ਉੱਥੇ ਪਰਮਾਤਮਾ ਨਹੀਂ ਹੋਏਗਾ, ਅਤੇ ਜਿੱਥੇ ਪਰਮਾਤਮਾ ਹੋਏਗਾ ਉੱਥੇ ਹੰਕਾਰ ਨਹੀਂ ਹੋਏਗਾ। ਬ੍ਰਹਮ ਗਿਆਨੀ ਕੇ ਘਰ ਸਦਾ ਆਨੰਦ। ਬ੍ਰਹਮ ਗਿਆਨੀ ਦੇ ਘਰ 'ਚ ਸਦਾ ਹੀ ਆਨੰਦ ਰਹਿੰਦਾ ਹੈ, ਕਿਉਂਕਿ ਉਹਦੇ ਅੰਦਰ ਪਰਮਾਨੰਦ ਹੈ, ਉਹਦੇ ਮਨ 'ਚ ਪਰਮਾਤਮਾ ਵਸਦਾ ਹੈ, ਅਤੇ ਇਸ ਲਈ ਉਹਦੇ ਘਰ ਅੰਦਰ ਹਮੇਸ਼ਾ ਹੀ ਆਨੰਦ ਹੀ ਆਨੰਦ ਰਹਿੰਦਾ ਹੈ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ। ਬ੍ਰਹਮ ਗਿਆਨੀ ਜਿਹੜਾ ਆਰਾਮ ਨਾਲ ਸਹਿਜ ਸਵਾ ਸੁੱਖਾਂ 'ਚ ਵਸਦਾ ਹੈ, ਉਹਦਾ ਨਿਵਾਸ ਸੁੱਖਾਂ 'ਚ ਹੁੰਦਾ ਹੈ, ਉਹ ਦੁਖੀ ਨਹੀਂ ਹੁੰਦਾ ਹੈ। ਉਹ ਦੁੱਖ ਸੁੱਖ ਉਹਦੇ ਲਈ ਸਰੀਰਕ ਨੇ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਤਤੀ ਤਵੀ 'ਤੇ ਬਿਠਾਤਾ, ਸਰੀਰ ਨੇ ਤਾਂ ਗਲਣੇ ਹੀ ਸਿੱਖਦੇ ਨੇ, ਚਰਬੀ ਨੇ ਤਾਂ ਘੁਲਣੇ ਹੀ ਸੀ, ਦੇਖੋ ਅੱਗ ਨਾਲ ਹੈ, ਪਰ ਮਨ ਸ਼ਾਂਤ ਹੈ, ਅੰਦਰੋਂ ਸ਼ਾਂਤ ਹੈ। ਕੋਈ ਹਾਲ ਪਾਰਿਆ ਨਹੀਂ ਕੀਤੀ, ਕਿਸੇ ਨੂੰ ਕੋਈ ਸ਼ਰਾਪ ਨਹੀਂ, ਤੁਹਾਡਾ ਬੇੜਾ ਗਰਕ, ਤੁਹਾਡਾ ਤੇ ਮੈਨੂੰ ਐਂ ਕਰਦੇ ਹੋ, ਕੁਛ ਨਹੀਂ ਕਿਹਾ, ਸ਼ਾਂਤ 'ਚ ਬੈਠੇ। ਇਸ ਲਈ ਉਹ ਅੰਦਰੋਂ ਆਨੰਦ 'ਚ ਹੁੰਦੇ ਹਨ। ਸਾਡੇ ਤਾਂ ਇੱਥੋਂ ਤੱਕ ਅੰਦਾਜ਼ਾ ਲਾਉਣਾ ਵੀ ਮੁਸ਼ਕਿਲ ਹੋ ਜਾਂਦਾ ਹੈ, ਕਿਉਂਕਿ ਅਸੀਂ ਉਸ ਅਵਸਥਾ ਦੇ ਨੇੜੇ ਤੇੜੇ ਵੀ ਨਹੀਂ। ਅੰਦਾਜ਼ਾ ਲਾਉਣਾ ਮੁਸ਼ਕਿਲ ਹੋ ਸਕਦਾ, ਤੱਤੀ ਤਵੀ 'ਤੇ ਬੈਠਾ ਬੰਦਾ ਕਿਵੇਂ ਆਨੰਦ 'ਚ ਹੋ ਸਕਦਾ ਹੈ। ਇੱਕ ਸਮਾਂ ਆਉਂਦਾ ਹੈ ਭਜਨ ਬੰਦਗੀ ਕਰਦਿਆਂ ਸਰੀਰ ਅਤੇ ਮਨ ਅੱਡ ਅੱਡ ਹੋ ਜਾਂਦੇ। ਜਿੰਨਾ ਚਿਰ ਮਨ ਅਤੇ ਸਰੀਰ ਆਪਸ 'ਚ ਜੁੜਿਆ ਹੋਇਆ, ਸਰੀਰ ਨੂੰ ਕੰਡਾ ਵੱਜੇਗਾ, ਮਨ ਸੀ ਕਰੇਗਾ, ਮਨ ਨੂੰ ਦੁੱਖ ਹੁੰਦਾ। ਕਿਸੇ ਨੇ ਸਾਨੂੰ ਭੈੜੀ ਖਬਰ ਆ ਕੇ ਦਿੱਤੀ, ਮਨ ਨੂੰ ਦੁੱਖ ਹੈ, ਸਰੀਰ ਨਿਢਾਲ ਹੋ ਜਾਏਗਾ। ਦੋਨੋਂ ਦਾ ਇੱਕ ਦੂਜੇ ਨਾਲ ਜੁੜੇ ਹੋਏ ਹਨ। ਜਿਵੇਂ ਕੱਚਾ ਨਾਰੀਅਲ ਹੈ, ਇਹ ਜੁੜਿਆ ਹੁੰਦਾ ਆਪਣੀ ਛਿੱਲੜ ਨਾਲ।
ਛਿੱਲੜ ਤੋੜੋ, ਅੰਦਰੋਂ ਨਾਰੀਅਲ ਵੀ ਟੁੱਟ ਜਾਵੇਗਾ। ਪਰ ਜਦੋਂ ਨਾਰੀਅਲ ਪੱਕ ਜਾਂਦਾ ਹੈ, ਉਹ ਛਿੱਲੜ ਅੱਡ ਹੋ ਜਾਂਦੀ ਹੈ, ਨਾਰੀਅਲ ਅੱਡ ਹੋ ਜਾਂਦਾ। ਤੋੜੋਗੇ, ਛਿੱਲੜ ਅੱਡ ਹੋ ਜਾਏਗੀ, ਵਿੱਚੋਂ ਗਿਰੀ ਉਸ ਦੇ ਸਾਬਤ ਰਹੇਗੀ। ਇਸੇ ਤਰ੍ਹਾਂ ਹੀ ਅਸੀਂ, ਕਿਉਂਕਿ ਅਜੇ ਮਨ ਅਤੇ ਸਰੀਰ ਕਰਕੇ ਆਪਸ ਜੁੜੇ ਹੋਏ ਹਾਂ, ਅਸੀਂ ਤਾਂ ਜੇ ਸਰੀਰ ਦਾ ਉਂਗਲ ਵੀ ਤਵੇ 'ਤੇ ਰੱਖਾਂਗੇ ਤਾਂ ਸਾਡੇ ਮਨ ਨੂੰ ਦੁੱਖ ਹੋਵੇਗਾ, ਸਹੀ ਕਰਾਂਗੇ ਇੱਕਦਮ। ਹਾਂਜੀ, ਕਿਉਂਕਿ ਅਸੀਂ ਜੁੜੇ ਹੋਏ ਹਾਂ। ਅਤੇ ਜੇ ਮਨ ਅਤੇ ਸਰੀਰ ਅੱਡ ਹੋ ਗਏ, ਸਰੀਰ ਨੂੰ ਸਾੜੀ ਜੋ ਮਰਜ਼ੀ ਕਰੋ, ਮਨ ਸਹੀ ਸੂ ਨਹੀਂ ਕਰੇਗਾ, ਕਿਉਂਕਿ ਉਹ ਤਾਂ ਉਸ ਤੋਂ ਅੱਡ ਹੋ ਚੁੱਕਾ ਹੈ। ਆਹ ਫਰਕ ਹੁੰਦਾ। ਇੱਕ ਸਮਾਂ ਹੁੰਦਾ ਭਜਨ ਬੰਦਗੀ ਕਰਦੇ ਕਰਦੇ ਤੁਸੀਂ ਆਪਣੇ ਸਰੀਰ 'ਚ ਬਾਹਰ ਨਿਕਲ ਸਕਦੇ ਹੋ, ਔਰ ਕਹਿ ਲੈ ਅਬ ਮੇਰੀ ਤੱਤੀ ਤਵੇ 'ਤੇ ਮੇਰਾ ਸਰੀਰ ਬੈਠਾ, ਮੈਂ ਆਪ ਤਾਂ ਬਾਹਰ ਬੈਠਾ, ਜਾ ਕਰ ਲੈ ਜੋ ਕਰਨਾ ਕਰੀ ਜਾ। ਵਿੱਚੋਂ ਨਿਕਲ ਜਾਂਦੇ ਨੇ। ਰਾਮ ਰਾਏ ਜੀ ਵਿੱਚੋਂ ਨਿਕਲ ਗਏ ਆਪਣੇ ਸਰੀਰ 'ਚ। ਪੰਜਾਬ ਕੌਰ ਨੂੰ ਕਹਿ ਗਏ, ਉਹਦੀ ਆਪਣੀ ਘਰ ਵਾਲੇ ਨੂੰ, ਕਿ ਮੈਂ ਕੁਝ ਸਮੇਂ ਲਈ ਬਾਹਰ ਚੱਲਿਆ ਅਤੇ ਮੇਰੇ ਸਰੀਰ ਨੂੰ ਕੋਈ ਛੇੜਦਾ ਨਹੀਂ ਹੈਗਾ। ਜਿਹੜੇ ਮਸੰਦ ਸਨ ਵਿਰੋਧੀ ਰਾਮ ਰਾਏ ਦੇ, ਉਹਨਾਂ ਨੇ ਕਿਹਾ ਤਾਂ ਮਰ ਗਿਆ ਮਰ ਗਿਆ ਮਰ ਗਿਆ। ਧੱਕੇ ਉਹ ਪੰਜਾਬ ਕੌਰ ਕਹਿੰਦੇ ਮੇਰਾ ਘਰ ਵਾਲਾ ਮਰਿਆ ਨਹੀਂ ਹੈਗਾ, ਉਹ ਤਾਂ ਸਮਾਧੀ 'ਚ ਹੈ। ਕਹਿ ਨਾ ਜੀ ਨਾ, ਇੰਨੇ ਦਿਨ ਦਾ ਹੋ ਗਏ, ਸਾਧ ਆ ਨਹੀਂ ਕੋਈ ਰਿਹਾ, ਇਹ ਹੈ ਉਹ ਮਰ ਗਿਆ। ਉਹਨੂੰ ਫੂਕਤਾ ਜੀ। ਜਦੋਂ ਕਾਫੀ ਜਲ ਗਿਆ, ਉਹ ਵਾਪਸ ਆ ਗਈ ਰੂਹ। ਉਹਨੂੰ ਚੜ੍ਹਿਆ ਗੁੱਸਾ ਰਾਮ ਰਾਏ ਨੂੰ, ਕਹਿੰਦਾ ਅੱਛਾ ਜਿਵੇਂ ਤੁਸੀਂ ਮੈਨੂੰ ਜਿਉਂਦਿਆਂ ਨੂੰ ਸਾੜਿਆ ਨਾ, ਕਿ ਤੁਹਾਨੂੰ ਵੀ ਜਿਉਂਦਿਆਂ ਸਾੜਿਆ ਜਾਵੇਗਾ। ਅਤੇ ਫਿਰ ਪੰਜਾਬ ਕੌਰ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਗਈ, ਕਿਉਂਕਿ ਦੇਹਰਾਦੂਨ ਤੋਂ ਪਾਉਂਟਾ ਸਾਹਿਬ ਨੇੜੇ ਹੀ ਹੈ, ਵਿੱਚ ਦਰਿਆ ਹੀ ਪੈਂਦਾ ਬਸ, ਹੋਰ ਕੀ। ਜਾ ਕੇ ਸਾਰਾ ਕੁਝ ਦੱਸਿਆ। ਗੁਰੂ ਮਹਾਰਾਜ ਕਹਿੰਦੇ ਕੋਈ ਨਹੀਂ, ਅਸੀਂ ਆਉਂਦੇ ਹਾਂ ਉੱਥੇ। ਗੁਰੂ ਮਹਾਰਾਜ 50 ਸਿੰਘਾਂ ਨਾਲ ਲੈ ਗਏ। ਕਹਿੰਦੇ ਭਾਈ ਤੁਸੀਂ ਨਾ ਬੜੀ ਸੇਵਾ ਕੀਤੀ ਹੈ ਰਾਮ ਰਾਏ ਜੀ ਦੀ, ਅਸੀਂ ਭਾਈ ਜੀ ਨੇ ਬਹੁਤ ਸੇਵਾ ਕੀਤੀ, ਉਹਨਾਂ ਸਰੋਪੇ ਦੇਣੇ ਨੇ। ਪਰਦੇ ਦੇ ਉਹਲੇ ਪੰਜਾਬ ਕੌਰ ਨੂੰ ਖੜਿਆ ਕਰਤਾ ਬਈ ਜਿਨ੍ਹਾਂ ਨੇ ਸਾੜੇ ਨਾ, ਉਹਨੂੰ ਇਸ਼ਾਰਾ ਕਰੀ ਚੱਲਣ, ਉਹਨੂੰ ਅੱਡ ਅੱਡ ਕਰ ਲਿਆ, ਉਹਨੂੰ ਅੱਡ ਕਰ। ਗੁਰੂਆ ਕਹਿ ਤੂੰ ਭਾਈ ਇੱਧਰ ਨੂੰ ਹੋ ਜਾ, ਤੁਸੀਂ ਤੁਹਾਨੂੰ ਸਰੋਪਾ ਦੇਣਾ ਭਾਈ, ਤੁਸੀਂ ਤਾਂ ਬੜੇ ਖੁਸ਼ ਅੰਦਰ, ਸਾਨੂੰ ਸਰੋਪਾ ਮਿਲੂਗਾ, ਬਾਕੀ ਨਹੀਂ ਮਿਲਦਾ। ਤੇਲ ਦੇ ਤੱਤੇ ਕੜਾਹੇ ਕਰਾਏ ਨਾ, ਬੋਲਦੇ ਚੱਕ ਕੇ ਵਿੱਚ ਸੁੱਟਦੇ ਜਿਉਂਦੇ। ਕਹਿੰਦੇ ਲਓ ਹੁਣ ਰਾਮ ਰਾਏ ਦੀ ਜਿਹੜਾ ਹੈ ਬਚਨ ਪੂਰੇ ਹੋ ਗਏ, ਵੀ ਤੁਸੀਂ ਮੈਨੂੰ ਜਿਉਂਦਿਆਂ ਸਾੜਿਆ, ਤੁਹਾਨੂੰ ਵੀ ਜਿਉਂਦਿਆਂ ਸਾੜਿਆ ਜਾਏਗਾ। ਸੋ ਇਸ ਲਈ ਕਈ ਵਾਰੀ ਰੂਹ ਸਰੀਰ 'ਚੋਂ ਨਿਕਲ ਜਾਂਦੀ ਹੁੰਦੀ ਹੈ। ਆਹ ਜਿਹੜੇ ਆਪਣੇ ਆਜ਼ਾਦ ਸਿੰਘ ਜੀ ਨੇ, ਇਹ ਸੇਵਾ ਕਰਿਆ ਕਰਦੇ ਸਨ, ਸੰਤ ਨਿਰੰਜਨ ਸਿੰਘ ਜੀ। ਅਤੇ ਰਾਤ ਨੂੰ 1:30 ਵਜੇ 2 ਵਜੇ ਉਹਨੇ ਜਾ ਕੇ ਨਹਾ ਧੋ ਕੇ ਜਾ ਕੇ ਇਸ਼ਨਾਨ ਕਰਾਉਂਦੇ ਹੁੰਦੇ, ਜਾ ਕੇ ਨਾ ਇਸ਼ਨਾਨ ਦੀ ਸੇਵਾ ਲੱਗੇ ਹੋਏ ਸੀ। ਇੱਕ ਦਿਨ ਕਹਿੰਦੇ ਵੀ ਮਹਾਰਾਜ ਜੀ ਵੀ ਤੁਸੀਂ ਮੈਨੂੰ ਦਰਵਾਜ਼ੇ ਅੱਗੇ ਬਿਠਾਇਆ ਹੁੰਦਾ, ਕਈ ਵਾਰੀ ਮੈਨੂੰ ਅੰਦਰ ਆਵਾਜ਼ਾਂ ਆ ਰਹੀਆਂ ਹੁੰਦੀਆਂ ਨੇ, ਪਰ ਜਦ ਮੈਂ ਵਿਰਲ ਦੇ ਵਿੱਚੋਂ ਵੇਖਦਾ ਤਾਂ ਤੁਹਾਡੇ ਤੋਂ ਬਿਨਾਂ ਮੈਨੂੰ ਕੋਈ ਨਹੀਂ ਦਿਸਦਾ। ਕਹਿੰਦੇ ਅੱਛਾ। ਕੱਲ੍ਹ ਨੂੰ ਕਹਿੰਦੇ 1:30 ਵਜੇ ਆਈ ਨਹਾ ਧੋ ਕੇ, ਕਿ ਮੈਂ ਚਲੇ ਗਏ। ਉਹ ਤਿਆਰ ਹੋ ਗਏ, ਮੈਨੂੰ ਆਪਣੇ ਕਮਰੇ 'ਚ ਅੰਦਰ ਬਿਠਾ ਲਿਆ। ਮੇਰੇ ਸਿਰ 'ਤੇ ਨਾ ਕਹਿੰਦੇ ਸ਼੍ਰੀ ਸਾਹਿਬ ਰੱਖਤੀ। ਮੈਂ ਕੀ ਦੇਖਦਾ, ਸੰਤ ਅਤਰ ਸਿੰਘ ਜੀ ਬੈਠੇ ਨੇ, ਸੰਤ ਫਲਾਣਾ ਬੈਠਾ, ਜਿਨ੍ਹਾਂ ਦੀਆਂ ਤਸਵੀਰਾਂ ਵੇਖੀਆਂ ਸੀ ਪਹਿਚਾਣੀ ਗਿਆ, ਫਲਾਣਾ ਬੈਠਾ, ਫਲਾਣਾ ਬੈਠਾ, ਫਲਾਣਾ ਬੈਠਾ, ਕੋਈ ਹੋਰ ਬੈਠੇ ਸਨ ਜੀ। ਫਿਰ ਕਹਿੰਦੇ ਮੇਰੇ ਸਿਰ ਤੋਂ ਸ਼੍ਰੀ ਸਾਹਿਬ ਚੱਕਤੀ, ਮੈਨੂੰ ਦਿਸਣੋਂ ਹਟ ਗਏ। ਕਹਿੰਦੇ ਕਾਕਾ ਹੁਣ ਤੂੰ ਬਾਹਰ ਬੈਠ। ਸੋ ਫਿਰ ਉਹ ਕਹਿੰਦੇ ਭਾਈ ਇਹ ਨਾ ਆਪਣੇ ਸਰੀਰ ਉੱਥੇ ਹੀ ਛੱਡ ਕੇ ਆ ਜਾਣ, ਸਾਨੂੰ ਮਿਲਣ ਗਿਲਣ। ਅਸੀਂ ਵੀ ਆਪਣਾ ਸਰੀਰ ਛੱਡ ਕੇ ਉਹਨੂੰ ਮਿਲ ਗਿਲਣ ਜਾਂਦੇ ਹਾਂ। ਕਈ ਵਾਰ ਕਹਿੰਦਾ ਵੀ ਇਹ ਛੋਟਾ ਨਾ ਪਤਾ ਨਹੀਂ ਤਾਂ ਕੀ ਰੱਖਿਆ ਸੀ। ਕਹਿੰਦੇ ਲੈ ਸਾਨੂੰ ਹਿਲਾਏ ਨਾ ਕੋਈ, ਅਸੀਂ ਚੱਲਿਆਂ ਵਿੱਚੋਂ ਨਿਕਲ ਕੇ ਸੰਤਾਂ ਮਹਾਤਮਾ ਮਿਲਣ। ਕਿ ਮੈਂ ਬੈਠੇ ਰਹਿਣਾ ਕੋਲ, ਕੋਈ ਹਿਲਾਏ ਨਾ। ਫਿਰ ਉਹਨਾਂ ਅੱਧੇ ਘੰਟੇ ਬਾਅਦ ਕੁਝ ਸਮਾਂ ਬਾਅਦ ਵਿੱਚ ਪ੍ਰਵੇਸ਼ ਕਰ ਜਾਣ, ਦੁਬਾਰਾ ਸਾਵਧਾਨ ਹੋ ਜਾਣਾ। ਇਸ ਤਰ੍ਹਾਂ ਸਰੀਰ ਦੇ ਵਿੱਚੋਂ ਨਿਕਲਿਆ ਜਾ ਸਕਦਾ ਹੈ। ਹੁਣ ਜਿਸ ਨੇ ਦੁੱਖ ਸੁੱਖ ਮਹਿਸੂਸ ਕਰਨਾ, ਉਹਦੇ ਵਿੱਚੋਂ ਨਿਕਲ ਗਿਆ ਹੈ। ਬਾਕੀ ਸਰੀਰ ਦਾ ਕੀ ਹੈ? ਇਹਨੂੰ ਤਾਂ ਕਹਿੰਦੇ, ਇਹਨੂੰ ਤਾਂ ਜੜ ਕਹਿੰਦੇ ਬੇਜਾਨ। ਸਰੀਰ ਆਪਣੇ ਆਪ 'ਚ ਬੇਜਾਨ ਚੀਜ਼ ਹੈ। ਇਹ ਤਾਂ ਮਨ ਵਿੱਚ ਹੋਣ ਕਰਕੇ ਜਾਣਦਾਰ ਹੈ। ਬਸ ਵਿੱਚੋਂ ਮਨ ਕੱਢ ਲਓ, ਗੱਲ ਖਤਮ ਹੋ ਗਈ ਸਾਰੀ। ਇਸ ਕਰਕੇ ਜਿਹੜਾ ਹੈ ਬ੍ਰਹਮ ਗਿਆਨੀ ਨਾਲ, ਚਾਹੇ ਉਹਨੂੰ ਆਰੇ ਨਾਲ ਚੀਰੀ ਜਾਓ, ਚਾਹੇ ਜੇ ਮਰਜ਼ੀ ਕਰੀ ਜਾਓ, ਉਹ ਆਨੰਦ 'ਚ ਰਹਿੰਦਾ ਹੈ। ਕਿਉਂਕਿ ਤੁਸੀਂ ਉਹਦੇ ਸਰੀਰ ਨੂੰ ਚੀਰ ਰਹੇ ਹੋ, ਉਹਨੂੰ ਨਹੀਂ ਚੀਰ ਰਹੇ।
ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ। ਬੇਤਾ ਹੁੰਦਾ ਜਾਣੂ, ਜਿਹੜਾ ਬ੍ਰਹਮ ਗਿਆਨੀ ਦਾ ਔਰ ਬ੍ਰਹਮ ਦਾ ਜਾਣੂ ਹੁੰਦਾ। ਜਿਨ੍ਹਾਂ 'ਚ ਅਸੀਂ ਪਰਮਾਤਮਾ ਨੂੰ ਜਾਣ ਨਹੀਂ ਲੈਂਦੇ, ਉਹਨਾਂ 'ਚ ਅਸੀਂ ਬ੍ਰਹਮ ਗਿਆਨੀ ਨਹੀਂ ਬਣ ਸਕਦੇ। ਬ੍ਰਹਮ ਗਿਆਨੀ ਦਾ ਮਤਲਬ ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ ਹੈ। ਦੋ ਪ੍ਰਕਾਰ ਦਾ ਗਿਆਨ ਹੁੰਦਾ। ਇੱਕ ਕਿਤਾਬਾਂ ਪੜ੍ਹ ਕੇ ਜਿਵੇਂ ਆਪਾਂ ਨੂੰ ਹੁਣ ਗਿਆਨ ਹੋ ਰਿਹਾ, ਇੱਕ ਗੁਰੂ ਦਾ ਜਿਹੜਾ ਅਸਲੀ ਗਿਆਨ ਹੈ, ਇੱਕ ਉਹ ਹੁੰਦਾ। ਬਾਣੀ ਪੜ੍ਹ ਪੜ੍ਹ ਕੇ ਸਾਨੂੰ ਗਿਆਨ ਹੋ ਗਿਆ, ਅਸੀਂ ਉਸ ਗਿਆਨ ਦੇ ਆਸਰੇ 'ਤੇ ਯਤਨ ਕਰਦੇ ਰਹਿਣਾ, ਕਰਦੇ ਰਹਿਣਾ, ਕਰਦੇ ਰਹਿਣਾ, ਅਤੇ ਇੱਕ ਦਿਨ ਆਪ ਬ੍ਰਹਮ ਗਿਆਨੀ ਬਣਨਾ। ਇਹ ਗਿਆਨ ਸਾਡੀ ਸਹਾਇਤਾ ਕਰਦਾ, ਪਰ ਅਸਲ ਸਾਨੂੰ ਉਦੋਂ ਪਤਾ ਲੱਗੇ ਜਦੋਂ ਅਸੀਂ ਆਪ ਬ੍ਰਹਮ ਗਿਆਨੀ ਹੋ ਗਏ। ਇਸ ਲਈ ਜਿਹੜਾ ਬ੍ਰਹਮ ਗਿਆਨੀ ਹੁੰਦਾ ਉਹ ਬ੍ਰਹਮ ਕਾ ਬੇਤਾ ਹੁੰਦਾ, ਬੇਤਾ ਜਾਣੂ ਹੁੰਦਾ, ਰੱਬ ਨੂੰ ਜਾਣਦਾ ਹੁੰਦਾ। ਬ੍ਰਹਮ ਗਿਆਨੀ ਏਕ ਸੰਗ ਹੇਤਾ, ਹੇਤਾ ਮੈਨੇ ਪਿਆਰ। ਬ੍ਰਹਮ ਗਿਆਨੀ ਦਾ ਪਿਆਰ ਇੱਕ ਪਰਮਾਤਮਾ ਨਾਲ ਹੀ ਹੁੰਦਾ। ਉਹਦੇ ਲਈ ਪਰਮਾਤਮਾ ਵੀ ਸਭ ਕੁਛ ਹੁੰਦਾ, ਉਹਦੇ ਨਾਲ ਹੀ ਉਹਦਾ ਪਿਆਰ ਹੁੰਦਾ। ਵੈਸੇ ਪਿਆਰ ਤਾਂ ਇੱਕ ਨਾਲ ਹੀ ਹੋ ਸਕਦਾ, ਦੋ ਨਾਲ ਨਹੀਂ ਹੋ ਸਕਦਾ। ਦੋ ਨਾਲ ਪਿਆਰ ਨਹੀਂ ਹੋ ਸਕਦਾ, ਪਿਆਰ ਤਾਂ ਇੱਕ ਨਾਲ ਹੀ ਹੁੰਦਾ। ਚਾਹੇ ਸੰਸਾਰਿਕ ਹੈ ਅਤੇ ਚਾਹੇ ਰੱਬ ਨਾਲ, ਕਾਸੇ ਨਾਲ। ਪਿਆਰ ਇੱਕ ਨਾਲ, ਮੋਹ ਕਈਆਂ ਨਾਲ ਹੋ ਸਕਦਾ ਹੈ। ਮੋਹ ਤੇ ਕਈ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ, ਕਈਆਂ ਨਾਲ। ਪਿਆਰ ਇੱਕ ਨਾਲ ਹੀ ਹੁੰਦਾ। ਮੈਂ ਦੇਖਿਆ ਸਕੂਲਾਂ ਕਾਲਜਾਂ 'ਚ ਜਿਹੜੇ ਬੱਚੇ ਲਵ ਕਰਦੇ ਨੇ, ਉਹ ਜਿਸ ਲੜਕੀ ਨੂੰ ਪਿਆਰ ਕਰਦੇ ਉਸ ਤੋਂ ਬਿਨਾਂ ਹੋਰ ਕਿਸੇ ਲੜਕੀ ਨੂੰ ਨਹੀਂ ਵੇਖਦੇ, ਭਾਵੇਂ ਉਸ ਤੋਂ ਸੋਹਣੀ ਕਿ ਉਹਨੇ ਕਲਾਸ 'ਚ ਹੋਣ ਨਾ, ਉਹਦੇ ਨਾਲ ਹੀ ਹੈ ਬਸ। ਉਹਨਾਂ ਦਾ ਕਰੈਕਟਰ ਵੀ ਹਾਈ ਹੋ ਜਾਂਦਾ। ਜਿਹੜਾ ਪਿਆਰ ਕਰਦਾ ਨਾ, ਉਹਦਾ ਬਾਕੀ ਕਿਸੇ ਵੱਲ ਧਿਆਨ ਹੀ ਨਹੀਂ ਹੁੰਦਾ ਉਹਦਾ, ਉਹ ਇੱਕ ਨਾਲ ਹੀ ਹੁੰਦਾ ਬਸ ਉਹਦਾ। ਇਸ ਜੇ ਸਾਡਾ ਰੱਬ ਨਾਲ ਪਿਆਰ ਹੋ ਜਾਏ, ਬਾਕੀ ਨਾਲ ਆਪੇ ਖਤਮ ਹੋ ਜਾਏਗਾ। ਮੈਂ ਦੇਖਿਆ ਪਿਆਰ ਇੱਕ ਨਾਲ ਹੀ ਹੁੰਦਾ ਬਸ, ਦੋ ਨਾਲ ਨਹੀਂ ਹੋ ਸਕਦਾ। ਸੋ ਬ੍ਰਹਮ ਗਿਆਨੀ ਦਾ ਪਿਆਰ ਤਾਂ ਬ੍ਰਹਮ ਨਾਲ ਹੀ ਹੁੰਦਾ, ਰੱਬ ਨਾਲ ਹੀ ਹੁੰਦਾ, ਉਹਦੇ ਨਾਲ ਦਾ ਪਿਆਰ ਹੁੰਦਾ। ਬ੍ਰਹਮ ਗਿਆਨੀ ਕਹਿ ਹੋਏ ਅਚਿੰਤ। ਸਾਨੂੰ ਤਾਂ ਕੋਈ ਨਾ ਕੋਈ ਚਿੰਤਾ ਲੱਗੀ ਰਹਿੰਦੀ ਹੈ, ਉਹ ਤਾਂ ਨਿਸ਼ਚਿੰਤ ਹੁੰਦਾ। ਤੁਸੀਂ ਕਹੋ ਉਹ ਨਿਸ਼ਚਿੰਤ ਕਿਉਂ ਹੁੰਦਾ? ਉਹ ਕਹਿੰਦਾ ਜੋ ਹੋ ਰਿਹਾ ਪਰਮਾਤਮਾ ਦੇ ਹੁਕਮ ਨਾਲ ਹੋ ਰਿਹਾ ਹੈ, ਬਸ ਗੱਲ ਖਤਮ ਹੋ ਗਈ। ਉਹ ਉਹਦੀ ਰਜ਼ਾ 'ਚ ਰਹਿੰਦਾ। ਸਾਨੂੰ ਹੁਕਮ ਹੈ ਨਾ, ਤੁਸੀਂ ਪਰਮਾਤਮਾ ਦੀ ਰਜ਼ਾ 'ਚ ਰਹੋ, ਅਤੇ ਉਹਨੂੰ ਗਿਆਨ ਹੁੰਦਾ ਕਿ ਜੋ ਕੁਛ ਵੀ ਮੇਰੇ ਨਾਲ ਹੋ ਰਿਹਾ ਇਹ ਪਰਮਾਤਮਾ ਦੇ ਹੁਕਮ ਅਨੁਸਾਰ ਹੋ ਰਿਹਾ ਹੈ, ਇਸ ਲਈ ਉਹ ਨਿਸ਼ਚਿਤ ਰਹਿੰਦਾ। ਉਹਨੂੰ ਗਿਆਨ ਹੁੰਦਾ ਹੈ ਕਿ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਮੈਨੂੰ ਨਾ ਕੋਈ ਮਾਰ ਸਕਦਾ, ਨਾ ਮੈਨੂੰ ਕੋਈ ਜਿਉਂਦੇ ਰੱਖ ਸਕਦਾ, ਨਾ ਮੈਨੂੰ ਕੋਈ ਦੁਖੀ ਕਰ ਸਕਦਾ। ਉਹਦਾ ਹੁਕਮ ਹੋਊਗਾ ਤਾਂ ਹੈ, ਇਸ ਲਈ ਉਹ ਨਿਸ਼ਚਿੰਤ ਰਹਿੰਦਾ, ਉਹਨੂੰ ਫਿਕਰ ਨਹੀਂ ਹੁੰਦਾ। ਤੁਹਾਨੂੰ ਤਾਂ ਆਪਣੇ ਬੱਚਿਆਂ ਦਾ ਫਿਕਰ ਹੈ, ਕੁੜੀ 35 ਸਾਲ ਦੀ ਹੋ ਗਈ, 37 ਸਾਲ ਦੀ ਹੋ ਗਈ ਹੈ, ਵਿਆਹ ਨਹੀਂ ਹੋ ਰਿਹਾ ਹੈ। ਉਹਨੂੰ ਪਤਾ ਵੀ ਪਰਮਾਤਮਾ ਨੇ ਜਦੋਂ ਕਰਨਾ ਹੋਊਗਾ ਹੋ ਜਾਊ, ਜਿਹਦੇ ਨਾਲ ਲਿਖਿਆ ਹੋਇਆ, ਜਿਸ ਸਾਲ 'ਚ ਲਿਖਿਆ ਉਸੇ ਸਾਲ 'ਚ ਹੀ ਹੋਣਾ। ਕਈਆਂ ਆ ਜਾਂਦੇ ਮੇਰੇ ਕੋਲ ਵਿਚਾਰੇ, ਕੁਦਰਤੀ ਗੱਲ ਹੈ, ਚਾਹੇ ਤੁਸੀਂ ਹੋ ਚਾਹੇ ਮੈਂ, ਪਰਿਵਾਰ ਵਾਲਾ ਹੋ, ਚਿੰਤਾ ਤਾਂ ਹੁੰਦੀ ਹੈ ਨਾ ਜੀ। ਉਹ ਜੀ ਸਾਡੀ ਕੁੜੀ 34 ਸਾਲ ਦੀ ਹੋ ਗਈ ਜੀ, 35 ਸਾਲ ਦੀ, ਵਿਆਹ ਨਹੀਂ ਹੋ ਰਿਹਾ। ਫਿਰ ਮੈਨੂੰ ਮਨ ਟਿਕਾਉਣ ਲਈ ਕਹਿਣਾ, ਮੈਂ ਭਰਾਵੋ ਮੇਰਾ ਤਾਂ ਆਪਣਾ ਵਿਆਹ 35.5 ਸਾਲ ਦੀ ਉਮਰ 'ਚ ਹੋਇਆ ਸੀ। ਮੇਰੀ ਘਰ ਵਾਲੀ ਉਦੋਂ 35 ਸਾਲ ਦੀ ਸੀ, ਮੈਂ 35.5 ਸਾਲ ਦਾ ਸੀ ਉਸ ਜ਼ਮਾਨੇ 'ਚ। ਹੁਣ ਤਾਂ ਉਂਝ ਹੀ ਉਮਰਾਂ ਵੱਡੀਆਂ ਹੋ ਜਾਂਦੀਆਂ ਪੜ੍ਹਦਿਆਂ ਪੁੜਦਿਆਂ ਨੂੰ। ਮੈਂ ਕਹਿੰਦੀ MA BEd ਹੋਵੇ, ਸਰਕਾਰੀ ਨੌਕਰੀ ਕਰਦੀ ਹੋਵੇ, ਸੋਹਣੀ ਸੁਨੱਖੀ ਹੋਵੇ, ਅਤੇ 35 ਸਾਲ ਦੀ ਹੋ ਜਾਏ ਅਤੇ ਵਿਆਹ ਨਾ ਹੋਵੇ, ਅਤੇ ਚਿੰਤਾ ਤਾਂ ਹੁੰਦੀ ਹੋਏਗੀ ਕਿ ਨਹੀਂ? ਪਰ ਨਹੀਂ ਭਾਈ, ਜਦੋਂ ਲਿਖਿਆ ਹੋਇਆ, ਜਿਸ ਨਾਲ ਲਿਖਿਆ ਉਹਦੇ ਨਾਲ ਹੀ ਹੋਣਾ, ਅਤੇ ਜਦੋਂ ਲਿਖਿਆ ਉਦੋਂ ਹੀ ਹੋਣਾ। ਤੁਸੀਂ ਚਿੰਤਾ ਕਰੀ ਜਾਓ ਚਾਹੇ ਨਾ ਕਰੋ, ਤੁਹਾਡੀ ਚਿੰਤਾ ਕੀਤੇ ਤਾਂ ਪਹਿਲਾਂ ਵਿਆਹ ਨਹੀਂ ਹੋ ਜਾਣਾ ਹੈਗਾ। ਜਿੱਦੇ ਹੋਣਾ ਉੱਦਾਂ ਹੀ ਹੋਣਾ, ਜਿਹਦੇ ਨਾਲ ਹੋਣਾ ਉਹਦੇ ਨਾਲ ਹੀ ਹੋਣਾ। ਇੱਕ ਹੋਣੇ, ਡੇਢ ਹੋਣੇ, 2 ਹੋਣੇ ਨੇ, 3 ਹੋਣੇ ਨੇ, ਉਹ ਵੀ ਲਿਖੇ ਹੁੰਦੇ ਨੇ। ਜੇ ਮੇਰਾ ਇੱਕ ਦੋਸਤ ਸੀ, ਜੋਸ਼ੀ ਕੋਲ ਚਲੇ ਗਏ, ਕਹਿੰਦੇ ਤੇ 1.5 ਵਿਆਹ ਹੋਏਗਾ। ਮੈਂ ਕੀ ਮਤਲਬ ਜੀ? ਕਹਿੰਦੇ ਮੰਗਣਾ ਹੋਏਗਾ, ਉਹ ਟੁੱਟ ਜਾਏਗਾ, ਫਿਰ ਵਿਆਹ ਹੋਏਗਾ। ਉਹੀ ਗੱਲ ਹੋਈ, 6 ਮਹੀਨੇ ਬਾਅਦ ਮੰਗਣਾ ਟੁੱਟ ਗਿਆ, ਹੋਰ ਮੰਗਣਾ ਹੋਇਆ, ਫਿਰ ਵਿਆਹ ਹੋਇਆ, ਪਹਿਲੇ ਲਿਖਿਆ ਹੋਇਆ। ਸੋ ਉਹ ਨਾ ਪਰਮਾਤਮਾ ਦੀ ਰਜ਼ਾ 'ਚ ਰਹਿੰਦੇ ਨੇ, ਵੀ ਪਰਮਾਤਮਾ ਜੋ ਕਰ ਰਿਹਾ ਠੀਕ ਕਰ ਰਿਹਾ ਬਸ। ਉਹ ਕੋਈ ਗਿਲਾ ਹੀ ਨਹੀਂ ਕਰਦੇ ਵੀ ਹਾਂ ਤੂੰ ਮੇਰੇ ਨਾਲ ਕਿਉਂ ਕੀਤਾ, ਕਿਉਂ ਨਹੀਂ ਕੀਤਾ। ਉਹ ਕਹਿੰਦੇ
ਪਰਮਾਤਮਾ ਵੈਸੇ ਜੋ ਕਰ ਰਿਹਾ ਹੁੰਦਾ ਉਹ ਆਪਣੇ ਵੱਲੋਂ ਠੀਕ ਹੀ ਕਰ ਰਿਹਾ ਹੁੰਦਾ, ਉਹ ਸਾਡੇ ਪੁਆਇੰਟ ਤੋਂ ਠੀਕ ਨਹੀਂ ਹੁੰਦਾ। ਸਿਰਫ ਇਹਨੇ ਉਹ ਸਾਡੇ ਪੁਆਇੰਟ ਤੋਂ ਠੀਕ ਨਹੀਂ ਹੁੰਦਾ। ਬਾਪ ਨੇ ਸਾਰੇ ਜੀਆਂ ਬਾਰੇ ਸੋਚਣਾ ਹੁੰਦਾ, ਹਾਂ ਇੱਕ ਜੀ ਨੇ ਆਪਾਂ ਆਪਣੇ ਬਾਰੇ ਸੋਚਣਾ ਹੁੰਦਾ। ਇੱਕ ਪੁੱਤਰ ਕਹਿੰਦਾ ਹਾਂ ਮੈਨੂੰ ਸਾਰੀ ਜਾਇਦਾਦ ਮੈਨੂੰ ਮਿਲ ਜੇ, ਬਾਪ ਕਹਿੰਦੇ ਨਹੀਂ ਭਾਈ ਧੀਆਂ ਦਾ ਵੀ ਬਰਾਬਰ ਹਿੱਸਾ, ਮੈਂ ਤਾਂ ਧੀ ਨੂੰ ਵੀ ਦੇਣੇ। ਕਈ ਲੜ ਪਏ ਬਾਪ ਨਾਲ, ਕਹਿ ਲੈ ਇਹ ਕਿਹਾ ਮੁੰਡਿਆਂ ਨੂੰ ਦਿੰਦੇ ਹੁੰਦੇ ਨੇ, ਇਹ ਇਹਨਾਂ ਕਿ ਜਨਾਨੀ ਦਾ ਕਿਆ ਮਤਲਬ, ਇਹ ਹੈ ਉਹ ਹੈ। ਨਹੀਂ, ਉਹਦੇ ਲਈ ਤਾਂ ਸਾਰੇ ਬਰਾਬਰ ਨੇ ਨਾ। ਇਸ ਲਈ ਬਾਪ ਨੇ ਤਾਂ ਵੇਖਣਾ, ਉਹ ਤਾਂ ਉਸ ਤਰ੍ਹਾਂ ਵੇਖ ਕੇ ਸਾਰੇ ਪੁੰਨ ਸਾਰਾ ਸੰਸਾਰ ਦਾ ਪਰਿਵਾਰ ਹੈ, ਹੁਣ ਤਾਂ ਸਭ ਦਾ ਖਿਆਲ ਰੱਖਣਾ ਹੈ। ਸਭ ਪਰਮਾਤਮਾ ਗਲਤ ਕੋਈ ਨਹੀਂ ਕਰ ਰਿਹਾ ਹੈਗਾ ਹੁੰਦਾ, ਉਹ ਠੀਕ ਕਰ ਰਿਹਾ ਹੁੰਦਾ, ਸਿਰਫ ਸਾਡੀ ਆਪਣੀ ਸੋਚਣੀ ਦੇ ਅਨੁਸਾਰ ਉਹ ਠੀਕ ਨਹੀਂ ਹੁੰਦਾ। ਬਸ ਇਸ ਲਈ ਕਹਿੰਦੇ ਗਲਤ ਹੋ ਗਿਆ, ਮਾੜਾ ਹੋ ਗਿਆ ਜੀ। ਬ੍ਰਹਮ ਗਿਆਨੀ ਕਹਿ ਹੋਏ ਅਚਿੰਤ, ਬ੍ਰਹਮ ਗਿਆਨੀ ਨਿਸ਼ਚਿਤ ਰਹਿੰਦਾ, ਉਹਨੂੰ ਕੋਈ ਚਿੰਤਾ ਨਹੀਂ ਹੁੰਦੀ। ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਮੰਤ ਮੈਨੇ ਉਪਦੇਸ਼। ਬ੍ਰਹਮ ਗਿਆਨੀ ਜਦੋਂ ਉਪਦੇਸ਼ ਦਿੰਦਾ ਵਧੀਆ ਗੱਲ ਦੱਸਦਾ, ਕਿਸੇ ਨੂੰ ਮਾੜੀ ਸਿੱਖਿਆ ਨਹੀਂ ਦਿੰਦਾ ਹੈ, ਕਿ ਉਹ ਮਾੜਾ ਕਿਹਦਾ ਕਰਨਾ ਹੀ ਨਹੀਂ ਜਾਣਦਾ ਹੈ। ਜਿਹਨੂੰ ਵੀ ਦਿੰਦਾ ਵਧੀਆ ਉਪਦੇਸ਼ ਦਿੰਦਾ, ਸ਼ੁਭ ਕਰਮ ਕਰਨ ਲਈ ਉਪਦੇਸ਼ ਦਿੰਦਾ ਹੈ। ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ। ਪਰਮਾਤਮਾ ਜਿਸ ਨੂੰ ਬ੍ਰਹਮ ਗਿਆਨੀ ਬਣਾਉਂਦਾ ਹੈ, ਬ੍ਰਹਮ ਗਿਆਨੀ ਤੇ ਉਹੀ ਬਣਦਾ ਹੈ। ਅਤੇ ਬ੍ਰਹਮ ਗਿਆਨੀ ਜਿਹੜਾ ਤਪ ਤੇਜ ਹੈ, ਪ੍ਰਤਾਪ ਤਪ ਤੇਜ ਹੈ ਬਹੁਤ ਜ਼ਿਆਦਾ ਹੁੰਦਾ ਹੈ। ਸਾਧੂਆਂ ਦਾ ਉਂਝ ਤਪ ਤੇਜ ਬਹੁਤ ਹੁੰਦਾ ਹੈ, ਗੁਰੂਆਂ ਦਾ ਉਦੋਂ ਵੱਧ ਹੁੰਦਾ ਹੈਗਾ। ਬੜ ਪ੍ਰਤਾਪ, ਬੜਾ ਤਪ ਤੇਜ ਬ੍ਰਹਮ ਗਿਆਨੀ ਦਾ ਹੁੰਦਾ ਹੈ। ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ, ਵੱਡੇ ਭਾਗਾਂ ਨਾਲ ਬ੍ਰਹਮ ਗਿਆਨੀ ਦੇ ਦਰਸ਼ਨ ਹੁੰਦੇ ਨੇ। ਕਿਉਂ ਬ੍ਰਹਮ ਗਿਆਨੀ ਹੁੰਦੇ ਹੀ ਗੁਰਬਾਣੀ ਕੋਟਿਣਵੇਂ ਕੋ, ਕਰੋੜਾਂ ਸਾਧੂਆਂ ਦੇ ਵਿੱਚੋਂ ਕੋਈ ਇੱਕ ਅੱਧਾ ਬ੍ਰਹਮ ਗਿਆਨੀ ਹੁੰਦਾ ਹੈ। ਸੋ ਇਸ ਲਈ ਉਹਦੇ ਦਰਸ਼ਨ ਦੁਰਲੱਭ ਨੇ, ਵੱਡੇ ਭਾਗਾਂ ਨਾਲ ਬ੍ਰਹਮ ਗਿਆਨੀ ਦੇ ਦਰਸ਼ਨ ਹੁੰਦੇ ਹਨ। ਬ੍ਰਹਮ ਗਿਆਨੀ ਕੋ ਬਲ ਬਲ ਜਾਈਏ, ਇਸੇ ਬ੍ਰਹਮ ਗਿਆਨੀ ਸਦਾ ਹੀ ਬਲਿਹਾਰ ਜਾਣਾ ਚਾਹੀਦਾ ਹੈ, ਬਲਿਹਾਰ ਜਾਣਾ ਚਾਹੀਦਾ ਹੈ। ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ੁਰ, ਵੱਡੇ ਵੱਡੇ ਜਿਹੜੇ ਦੇਵਤੇ ਨੇ ਉਹ ਵੀ ਬ੍ਰਹਮ ਗਿਆਨੀ ਨੂੰ ਖੋਜਦੇ, ਕਿਸੇ ਤੋਂ ਸਾਨੂੰ ਮਿਲ ਜਾਏ ਅਸੀਂ ਦਰਸ਼ਨ ਕਰ ਲਈਏ ਉਹਨਾਂ ਦੇ। ਮਹੇਸ਼ੁਰ ਕਿਉਂ? ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਤਾਂ ਆਪ ਹੀ ਰੱਬ ਰੂਪ ਹੁੰਦਾ ਹੈ, ਉਹ ਤਾਂ ਆਪ ਹੀ ਰੱਬ ਰੂਪ ਹੁੰਦਾ ਹੈ। ਇਸ ਲਈ ਵੱਡੇ ਵੱਡੇ ਦੇਵਤੇ ਵੀ ਉਹਦੀ ਖੋਜ ਕਰਦੇ ਨੇ, ਸਾਨੂੰ ਬ੍ਰਹਮ ਗਿਆਨੀ ਦੇ ਦਰਸ਼ਨ ਹੋ ਜਾਣ ਇੰਨੇ ਭਾਗਾਂ ਵਾਲੇ ਦਿਨ। ਬ੍ਰਹਮ ਗਿਆਨੀ ਕੀ ਕੀਮਤ ਨਾ ਹੈ, ਬ੍ਰਹਮ ਗਿਆਨੀ ਦੀ ਕੋਈ ਕੀਮਤ ਹੀ ਨਹੀਂ ਪਾ ਸਕਦਾ। ਕੀਮਤ ਇਹ ਨਹੀਂ ਮਤਲਬ ਕੋਈ ਲੱਖ ਮੁੱਲ ਪਾਉਣਾ, ਕੋਈ 10 ਲੱਖ 20 ਲੱਖ ਮੁੱਲ ਪਾਉਣਾ, ਨਹੀਂ, ਉਹਦੇ ਗੁਣ ਹੀ ਇੰਨੇ ਹੁੰਦੇ ਹਨ ਕਿ ਗੁਣਾਂ ਦੀ ਕੋਈ ਕੀਮਤ ਹੀ ਨਹੀਂ ਪਾ ਸਕਦਾ। ਬ੍ਰਹਮ ਗਿਆਨੀ ਕੇ ਸਗਲ ਮਨ ਮਾਹੇ, ਬ੍ਰਹਮ ਗਿਆਨੀ ਦੇ ਮਨ 'ਚ ਸਾਰੇ ਨੇ, ਸਾਰੇ ਉਹਦੇ ਮਨ ਵਿੱਚ ਹੁੰਦੇ ਹਨ। ਪਰ ਕਿਸੇ ਨੂੰ ਮਨ ਤੋਂ ਦੂਰ ਨਹੀਂ ਕਰਦਾ, ਕਿਸੇ ਨੂੰ ਬੇਗਾਨਾ ਨਹੀਂ ਸਮਝਦਾ ਹੈਗਾ, ਸਭ ਆਪਣੇ ਉਹਦੇ। ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਦਾ ਭੇਦ ਕੋਈ ਵੀ ਨਹੀਂ ਜਾਣ ਸਕਦਾ। ਕਿਸੇ ਆੜੇ ਕਹਿੰਦੇ ਸਾਧੂ ਨੂੰ ਕੋਈ ਸਾਧੂ ਹੀ ਜਾਣ ਸਕਦਾ, ਦੂਜਾ ਨਹੀਂ ਜਾਣ ਸਕਦਾ। ਇਸ ਲਈ ਬ੍ਰਹਮ ਗਿਆਨੀ ਦਾ ਭੇਦ ਕੋਈ ਬ੍ਰਹਮ ਗਿਆਨੀ ਹੀ ਜਾਣ ਸਕਦਾ, ਦੂਜਾ ਨਹੀਂ ਜਾਣ ਸਕਦਾ। ਨੀਵੇਂ ਲੈਵਲ ਵਾਲਾ ਉੱਚੇ ਲੈਵਲ ਨੂੰ ਨਹੀਂ ਜਾਣ ਸਕਦਾ ਹੁੰਦਾ। ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਦਾ ਭੇਦ ਕੌਣ ਜਾਣਦਾ? ਪਰ ਕੋਈ ਨਹੀਂ ਜਾਣਦਾ। ਬ੍ਰਹਮ ਗਿਆਨੀ ਕੋ ਸਦਾ ਆਦੇਸ਼, ਆਦੇਸ਼ ਹੁੰਦਾ ਨਮਸਕਾਰ, ਬ੍ਰਹਮ ਗਿਆਨੀ ਦਾ ਸਦਾ ਨਮਸਕਾਰ ਕਰਨੀ ਚਾਹੀਦੀ। ਉਹਦੇ ਭੇਦ ਦੀ, ਉਹਦੀ ਮਹੱਤਤਾ ਦੀ, ਉਹਦੀ ਮਹਾਨਤਾ ਦੀ, ਉਹਦੀ ਵਡਿੱਤਰ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਉਹਨੂੰ ਤਾਂ ਨਮਸਕਾਰ ਕਰਨੀ ਚਾਹੀਦੀ ਹੈ। ਕਿ ਜਦੋਂ ਆਪਾਂ ਨਮਸਕਾਰ ਕਰਦੇ ਹਾਂ ਕਿਸੇ ਦੇ, ਦੇਖੋ ਮੰਨ ਲਓ ਗੁਰੂ ਮਹਾਰਾਜ ਮੇਰੇ ਸਾਹਮਣੇ ਆ, ਮੈਂ ਉਹਨਾਂ ਨੂੰ ਕਹੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਹ ਵੀ ਕਹਿ ਰਹੇ ਸਿੱਖਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ, ਅਸੀਸ ਤਾਂ ਮਿਲੀ ਨਾ, ਅਸੀਸ ਤਾਂ ਮਿਲੀ ਨਾ। ਜੇ ਮੈਂ ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕਾਂਗੇ, ਹੋ ਸਕਦਾ ਮੇਰੇ ਸਿਰ 'ਤੇ ਹੱਥ ਰੱਖ ਦੇਣ, ਅਸੀਸ ਮਿਲੇਗੀ।
ਅਸੀਸ ਹਮੇਸ਼ਾ ਝੁਕਣ ਨਾਲ ਮਿਲਦੀ ਹੈ। ਇੱਕ ਮਹਾਂਪੁਰਖ ਲਿਖਦੇ, ਕਹਿੰਦੇ ਮੈਂ ਆਪਣੀ ਝੌਂਪੜੀ ਦੇ ਵਿੱਚ ਭਜਨ ਬੰਦਗੀ ਕਰ ਰਿਹਾ ਸੀ। ਇੱਕ ਨਿਹੰਗ ਸਿੰਘ ਆਇਆ, ਕਹਿੰਦਾ ਮੇਰਾ ਨਾਂ ਲੈ ਕੇ ਕਹਿੰਦਾ ਵੀ ਬਾਹਰ ਆਓ, ਗੁਰੂ ਗੋਬਿੰਦ ਸਿੰਘ ਤੁਹਾਨੂੰ ਮਿਲਣ ਆ ਰਹੇ ਨੇ। ਕਹਿੰਦਾ ਬਾਹਰ ਆ ਗਿਆ। ਦੂਰੋਂ ਦੇਖਦਾ ਦਸਮ ਪਾਤਸ਼ਾਹ ਘੋੜੇ 'ਤੇ ਚੜ੍ਹੇ ਆ ਰਹੇ ਨੇ। ਉਹ ਮੇਰੇ ਕੋਲ ਆ ਕੇ ਖਲੋ ਗਏ। ਕਹਿੰਦੇ ਮੈਂ ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕਿਆ। ਉਹ ਚਲੇ ਗਏ। ਮੈਂ ਉਦਾਸ ਹੋ ਗਿਆ। ਉਹ ਨਿਹੰਗ ਸਿੰਘ ਕਹਿੰਦਾ ਕੀ ਗੱਲ ਵੀ ਤੂੰ ਉਦਾਸ ਕਿਉਂ ਹੈ? ਕਹਿੰਦਾ ਮੈਂ ਉਦਾਸ ਤੇ ਵੀ ਉਹ ਤਾਂ ਕੋਈ ਅਸੀਸ ਤਾਂ ਮੈਨੂੰ ਦੇ ਕੇ ਨਹੀਂ ਗਏ। ਕਹਿੰਦੇ ਮੈਨੂੰ ਦੱਸ ਕੇ ਗਏ ਨੇ, ਕਹਿੰਦੇ ਤੂੰ ਨਾ ਨਿਤਨੇਮ ਜਾਪ ਸਾਹਿਬ ਨਹੀਂ ਪੜ੍ਹਦਾ, ਇਸ ਲਈ ਨਹੀਂ ਤੈਨੂੰ ਅਸੀਸ ਦਿੱਤੀ ਉਹਨਾਂ ਨੇ। ਬੋਲ। ਕਹਿੰਦਾ ਹਾਂ ਮੈਂ ਜਾਪ ਸਾਹਿਬ ਨਹੀਂ ਪੜ੍ਹਦਾ। ਕਹਿੰਦਾ ਬਸ ਫਿਰ ਪੰਜੇ ਦੀ ਪੰਜੇ ਬਾਣੀਆਂ ਪੜ੍ਹਨੀਆਂ ਨੇ ਤਾਂ ਅਸੀਸ ਮਿਲੂਗੀ। ਸੋ ਇਸ ਲਈ ਕੋਈ ਨਾ ਕੋਈ ਸਾਡੇ 'ਚ ਕਸਰ ਰਹਿ ਜਾਂਦੀ ਹੈ, ਆਪਾਂ ਨੂੰ ਪਤਾ ਨਹੀਂ ਹੁੰਦਾ। ਹੁਣ ਮੰਨ ਲਓ ਨਾਂ ਦੱਸਦਾ ਨਿਹੰਗ ਸਿੰਘ, ਰੱਬੀ ਰੂਪ 'ਚ ਕੋਈ ਆਇਆ ਅਤੇ ਉਹਨਾਂ ਨਹੀਂ ਸੀ ਕਰਨਾ ਵੀ ਕਿਹੜਾ ਇੰਨੀ ਲੰਮੀ ਬਾਣੀ ਕਰੇ। ਉਹ ਕਹਿ ਕੇ ਵੀ ਇਸ ਲਈ ਨਹੀਂ ਤੈਨੂੰ ਅਸੀਸ ਦਿੱਤੀ ਵੀ ਤੂੰ ਜਾਪ ਸਾਹਿਬ ਨਹੀਂ ਪੜ੍ਹਦਾ। ਇਸ ਲਈ ਕਹਿੰਦੇ ਬ੍ਰਹਮ ਗਿਆਨੀ ਦਾ ਸਦਾ ਆਦੇਸ਼ ਹੀ ਕਰਨਾ ਚਾਹੀਦਾ, ਉਹਨੂੰ ਹਮੇਸ਼ਾ ਨਮਸਕਾਰ ਕਰਨੀ ਚਾਹੀਦੀ ਹੈ। ਬ੍ਰਹਮ ਗਿਆਨੀ ਕਾ ਕਥਿਆ ਨ ਜਾਏ ਅਧਾ ਅਖਰ, ਇਹ ਖੱਖੇ ਦੇ ਪੈਰ 'ਚ ਅੱਧਾ ਯਈਆ ਲੱਗਾ ਹੋਇਆ ਯਕਸ਼ਨ। ਇਹ ਜਿਸੇ ਵੀ ਅੱਖਰ ਦੇ ਨਾਲ ਯਈਆ ਲੱਗਾ, ਪੂਰਾ ਲੱਗਾ ਹੋਵੇ ਚਾਹੇ ਅੱਧਾ ਲੱਗਾ ਹੋਵੇ, ਉਸ ਜਿਸ ਅੱਖਰ ਦੇ ਨਾਲ ਯਈਆ ਲੱਗਾ ਹੋਇਆ ਹੈ, ਚਾਹੇ ਅੱਖਰ ਦੇ ਹੇਠ ਹੈ ਚਾਹੇ ਨਾਲ ਪੂਰਾ ਲਿਖਿਆ ਯਈਆ, ਉਸੇ ਅੱਖਰ ਨੂੰ ਸਿਹਾਰੀ ਲੱਗਦੀ ਹੈ ਅਤੇ ਯਈਆ ਆੜਾ ਬਣ ਜਾਂਦਾ ਹੈ। ਹਿੰਦੀ ਜਿਹੜੇ ਜਾਣਦੇ ਨੇ ਅਧਿਆਪਕ, ਹਿੰਦੀ ਲਿਖਿਆ ਅਧਿਆਪਕ ਯਈਆ ਪਾਇਆ ਕਿ ਨਹੀਂ, ਬੋਲਦੇ ਆਪਾਂ ਅਧਿਆਪਕ ਆੜਾ ਬੋਲਦੇ ਕਿ ਨਹੀਂ, ਅਤੇ ਨਾਲੇ ਸਿਹਾਰੀ ਬਣ ਗਈ ਉਹਦੀ। ਲਿਖਿਆ ਅਧਿਆਪਕ ਹੁੰਦਾ ਹਿੰਦੀ 'ਚ, ਬੋਲਦੇ ਆਪਾਂ ਕੀ ਉਹਨੂੰ, ਉਹੀ ਯਈਆ ਜਿਹੜਾ ਹੈ ਧੱਦੇ ਨੂੰ ਸਿਹਾਰੀ ਬਣ ਗਈ ਅਤੇ ਯਈਏ ਦਾ ਆੜਾ ਬਣ ਗਿਆ ਅਧਿਆਪਕ। ਇਸ ਤਰ੍ਹਾਂ ਇਸੇ ਤਰ੍ਹਾਂ ਇਹ ਅਦਾਖਰ, ਇਹਨੂੰ ਕੀ ਪੜ੍ਹਨਾ ਹੈ? ਅਦਾਖਰ, ਖੱਖੇ ਨੂੰ ਸਿਹਾਰੀ ਅੱਗੇ ਆੜਾ ਰਾਰਾ ਬਣ ਗਿਆ। ਅਧਿਆਖਰ ਹੁੰਦਾ ਅੱਧਾ ਅੱਖਰ। ਬ੍ਰਹਮ ਗਿਆਨੀ ਕਾ ਕਥਿਆ ਨ ਜਾਏ ਅਧਿਆਖਰ, ਇਸ ਤਰ੍ਹਾਂ ਬ੍ਰਹਮ ਗਿਆਨੀ ਦੇ ਬਾਰੇ ਅੱਧਾ ਅੱਖਰ ਵੀ ਨਹੀਂ ਕੋਈ ਦੱਸ ਸਕਦੇ, ਉਹਦੀ ਇੰਨੀ ਮਹਿਮਾ ਹੈ। ਅੱਧੀ ਉਹਦੀ ਮਹਿਮਾ ਤਾਂ ਅੱਧਾ ਅੱਖਰ ਵੀ ਵਰਣਨ ਨਹੀਂ ਕਰ ਸਕਦੇ। ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਕਿਉਂਕਿ ਬ੍ਰਹਮ ਗਿਆਨੀ ਸਾਰਿਆਂ ਦਾ ਮਾਲਕ ਹੁੰਦਾ ਹੈ, ਸਭ ਦਾ ਠਾਕੁਰ ਹੁੰਦਾ ਹੈ, ਮਾਲਕ ਹੁੰਦਾ ਹੈ। ਪਰਮਾਤਮਾ ਨੇ ਆਪਣੇ ਜਿੰਨੀਆਂ ਸ਼ਕਤੀਆਂ ਨੂੰ ਦੇ ਕੇ ਸੰਸਾਰ 'ਤੇ ਭੇਜਿਆ ਹੁੰਦਾ ਹੈ। ਸਿਰਫ ਇੰਨਾ ਕਿ ਪਰਮਾਤਮਾ ਦੀ ਰਜ਼ਾ 'ਚ ਰਹਿਣ ਕਰਕੇ ਇਹਨਾਂ ਸ਼ਕਤੀਆਂ ਦੀ ਵਰਤੋਂ ਨਹੀਂ ਕਰਦਾ ਹੈ। ਵੀ ਕਿਤੇ ਲੋਕ ਕਿ ਗੈਰ ਤਾਂ ਰਿੱਧੀਆਂ ਸਿੱਧਾ ਮਾਲਕ ਹੈ, ਛੋੜਦੇ ਨਹੀਂ, ਉਹਦੀ ਰਜ਼ਾ 'ਚ ਰਹਿੰਦਾ। ਉਹ ਜੇ ਚਾਹੇ ਤਾਂ ਪਰਮਾਤਮਾ ਦੇ ਹੁਕਮ ਨੂੰ ਵੀ ਬਦਲ ਸਕਦਾ ਹੈ। ਹੁਣ ਤਾਂ ਇੰਨੀ ਸ਼ਕਤੀ ਦਿੱਤੀ ਹੁੰਦੀ ਹੈ। ਪਰਮਾਤਮਾ ਜਿਹੜੇ ਭਗਤ ਹੁੰਦੇ ਨੇ ਬ੍ਰਹਮ ਗਿਆਨੀ ਹੁੰਦੇ ਨੇ ਸਾਰੇ। ਪਰਮਾਤਮਾ ਭਗਤਾਂ ਨੂੰ ਸ਼ਕਤੀ ਦਿੱਤੀ ਹੋਈ ਹੈ ਕਿ ਮੈਂ ਤਾਂ ਦੇਖੋ ਕਿਸਮਤ ਬੰਦੇ ਦੀ ਲਿਖਤੀ, ਜਿਹੋ ਜਿਹੇ ਕਿਸੇ ਨੇ ਪਿਛਲੇ ਜਨਮ 'ਚ ਕਰਮ ਕੀਤੇ ਉਹਦੇ ਕਰਮਾਂ ਅਨੁਸਾਰ ਮੈਂ ਤਾਂ ਦਿੱਤਾ ਲਿਖ, ਮੈਂ ਤਾਂ ਬਦਲਣਾ ਨਹੀਂ ਮੁੜ ਕੇ। ਹਾਂ ਮੈਂ ਸੰਸਾਰ 'ਤੇ ਗੁਰੂ ਅਤੇ ਸਾਧੂ ਭੇਜ ਰਿਹਾ, ਉਹ ਮੇਰੀ ਲਿਖਤ ਨੂੰ ਬਦਲ ਸਕਦੇ ਹਨ। ਮੇਰੀ ਬਾਂਦੀ ਭਗਤ ਛਡਾਵੇ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਪਰਮਾਤਮਾ ਨੇ ਆਪਣੇ ਤੋਂ ਵੱਧ ਸ਼ਕਤੀਆਂ ਦੇ ਕੇ ਬ੍ਰਹਮ ਗਿਆਨੀ ਸੰਸਾਰ 'ਤੇ ਭੇਜਿਆ ਹੈ, ਵੀ ਉਹ ਮੇਰੀ ਲਿਖੀ ਨੂੰ ਵੀ ਬਦਲ ਸਕਦਾ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਕੋਈ ਬੈਠੇ, ਕਿਸੇ ਨੇ ਪੁੱਛਿਆ ਮਹਾਰਾਜ ਜੀ ਵੀ ਪਰਮਾਤਮਾ ਵੀ ਵੱਡਾ ਕੋਈ ਹੁੰਦਾ? ਕਹਿੰਦਾ ਹਾਂ ਹੁੰਦਾ। ਸਾਰੇ ਸੁਣਨ ਵਾਲੇ ਹੈਰਾਨ ਹੋ ਗਏ ਵੀ ਪਰਮਾਤਮਾ ਤੋਂ ਵੀ ਕੋਈ ਵੱਡਾ ਹੁੰਦਾ? ਕਹਿੰਦੇ ਉਹ ਕੌਣ ਹੈ? ਕਹਿੰਦੇ ਉਹਦਾ ਨਾਮ ਹੈ। ਪਰਮਾਤਮਾ ਨੂੰ ਵਸ 'ਚ ਕਰਨ ਦਾ ਨਾਮ ਜਪੀ ਜਾਓ ਤੁਸੀਂ, ਪਰਮਾਤਮਾ ਨੂੰ ਵਸ 'ਚ ਕਰ ਲਓ, ਫਿਰ ਨਾਮ ਹੋ ਗਿਆ ਨਾ ਵੱਡਾ, ਉਹਦੇ ਨਾਲ ਵਸ ਕੀਤਾ ਜਾ ਸਕਦਾ। ਵਸ ਆਇਆ ਫਿਰ ਛੋੜ ਨਾ ਜਾਏ, ਇਹ ਵੀ ਹੈ ਨਾਲ।
ਸੋ ਪਰਮਾਤਮਾ ਦੇ ਨਾਮ ਵਿੱਚ ਇਤਨੀ ਸ਼ਕਤੀ ਹੈ ਕਿ ਤੁਸੀਂ ਨਾਮ ਦੇ ਨਾਲ ਪਰਮਾਤਮਾ ਨੂੰ ਵਸ 'ਚ ਕਰ ਸਕਦੇ ਹੋ। ਇਸ ਤਰ੍ਹਾਂ ਪਰਮਾਤਮਾ ਨੇ ਬ੍ਰਹਮ ਗਿਆਨੀਆਂ ਨੂੰ, ਸਾਧੂਆਂ ਨੂੰ, ਗੁਰੂਆਂ ਨੂੰ ਸ਼ਕਤੀ ਦੇ ਕੇ ਭੇਜਿਆ ਕਿ ਤੁਸੀਂ ਮੇਰੀ ਲਿਖਤ ਨੂੰ ਬਦਲ ਸਕਦੇ ਹੋ। ਤਾਂ ਆਪਾਂ ਸਾਧੂਆਂ ਕੋਲੇ ਦੇ ਗੁਰੂ ਕੋਲੇ ਜਾਂਦੇ ਹਾਂ, ਸੱਚੇ ਪਾਤਸ਼ਾਹ ਕਿਰਪਾ ਕਰੋ ਜੀ, ਮੇਰੀ ਕਿਸਮਤ ਬਦਲੋ, ਮਾੜੀ ਲਿਖੀ ਗਈ ਹੈ ਉਹਨੂੰ ਚੰਗੀ ਕਰੋ। ਕਿਉਂਕਿ ਜੇ ਸਾਡੀ ਕਿਸਮਤ ਹੀ ਨਾ ਬਦਲੇ ਫਿਰ ਤਾਂ ਕਿਸੇ ਧਰਮ ਦੀ ਲੋੜ ਹੀ ਨਹੀਂ, ਫਿਰ ਤਾਂ ਨਾ ਗੁਰਦੁਆਰੇ, ਮੰਦਰ, ਮਸਜਿਦ, ਕਾਸੇ ਦੀ ਲੋੜ ਹੀ, ਨਾ ਕਿਸੇ ਰਾਮ ਦੀ ਲੋੜ, ਬਦਲਣੀ ਨਹੀਂ ਹੈਗੀ। ਨਹੀਂ, ਬਾਣੀ ਨਾਲ, ਪਰਮਾਤਮਾ ਦੇ ਨਾਮ ਨਾਲ ਕਿਸਮਤਾਂ ਬਦਲਦੀਆਂ ਹਨ। ਇਸ ਲਈ ਬਾਣੀ ਪੜ੍ਹੀਏ ਦੇ ਨਾਮ ਜਪੀਏ ਦਾ ਹੁੰਦਾ ਹੈ। ਬ੍ਰਹਮ ਗਿਆਨੀ ਕੀ ਮਿੱਤ ਕੌਣ ਬਖਾਨੇ, ਮਿੱਤ ਉਹਦੀ ਸਮਰੱਥਾ। ਬ੍ਰਹਮ ਗਿਆਨੀ ਦੀ ਸਮਰੱਥਾ ਨੂੰ ਕੌਣ ਵਰਣਨ ਕਰ ਸਕਦਾ? ਕਿੰਨਾ ਸਮਰੱਥ ਹੈ ਕੋਈ ਨਹੀਂ ਦੱਸ ਸਕਦਾ। ਬ੍ਰਹਮ ਗਿਆਨੀ ਕਿੰਨਾ ਸਮਰੱਥ ਹੈ ਉਹ ਕੋਈ ਨਹੀਂ ਦੱਸ ਸਕਦਾ ਹੈ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਹਾਂ, ਬ੍ਰਹਮ ਗਿਆਨੀ ਦੀ ਹਾਲਤ ਨੂੰ ਬ੍ਰਹਮ ਗਿਆਨੀ ਹੀ ਜਾਣਦਾ ਹੈ। ਬ੍ਰਹਮ ਗਿਆਨੀ ਕਿਸ ਅਵਸਥਾ ਦੇ ਵਿੱਚ ਹੈ ਇਹ ਦੂਜਾ ਬ੍ਰਹਮ ਗਿਆਨੀ ਹੀ ਜਾਣ ਸਕਦਾ ਹੈ। ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਉਹਦਾ ਕੋਈ ਅੰਤ ਹੀ ਨਹੀਂ, ਉਹਦਾ ਕੋਈ ਪਰਲਾ ਬੰਨਣ ਨਹੀਂ, ਉਹਦੇ ਗੁਣਾਂ ਦਾ ਕੋਈ ਅੰਤ ਨਹੀਂ, ਉਹਦੇ ਗੁਣਾਂ ਦਾ ਕੋਈ ਪਰਲਾ ਬੰਨਾ ਨਹੀਂ ਹੈ। ਇਸ ਲਈ ਉਹ ਵੀ ਬੇਅੰਤ ਗੁਣ ਉਹਦੇ। ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਇਸ ਲਈ ਬ੍ਰਹਮ ਗਿਆਨੀ ਨੂੰ ਤਾਂ ਸਦਾ ਹੀ ਨਮਸਕਾਰ ਕਰਨੀ ਚਾਹੀਦੀ ਹੈ। ਅੱਗੇ ਕਹਿੰਦੇ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਬ੍ਰਹਮ ਗਿਆਨੀ ਤਾਂ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ। ਪਰਮਾਤਮਾ ਨੂੰ ਬ੍ਰਹਮ ਗਿਆਨੀ ਕਿਹਾ ਨਾ, ਪਰਮਾਤਮਾ ਵੀ ਬ੍ਰਹਮ ਗਿਆਨੀ ਹੈ, ਅਤੇ ਜਿਹੜਾ ਪਰਮਾਤਮਾ ਨੂੰ ਜਾਣ ਲੈਂਦਾ ਉਹ ਵੀ ਬ੍ਰਹਮ ਗਿਆਨੀ ਹੈ। ਸਾਰੀ ਸ੍ਰਿਸ਼ਟੀ ਦਾ ਕਰਤਾ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ। ਬ੍ਰਹਮ ਗਿਆਨੀ ਸਦਾ ਹੀ ਜਿਉਂਦਾ, ਉਹ ਮਰਦਾ ਨਹੀਂ ਹੈ। ਇਹੀ ਦੇਖੋ, ਸੰਤਾਂ ਮਹਾਤਮਾ ਦੇ ਨਾਮ ਸਦਾ ਹੀ ਰਹਿੰਦੇ, ਸਦੀਆਂ ਤੱਕ ਲੋਕ ਉਹਨਾਂ ਦੇ ਬਰਸੀਆਂ ਜਨਮ ਦੇ ਮਨਾਉਂਦੇ ਰਹਿੰਦੇ ਹਨ। ਆਪਾਂ ਗੁਰੂਆਂ ਦੇ ਮੰਨਣੇ ਕਿ ਨਹੀਂ, ਕਿੰਨੇ 100 ਸਾਲ ਹੋ ਗਏ, ਉਹ ਅੱਜ ਤੱਕ ਸਦਾ ਹੀ ਰਹਿੰਦੇ ਨੇ, ਉਹ ਨਹੀਂ ਮਰਦੇ ਹੈਗੇ। ਜਿੱਥੋਂ ਤੱਕ ਸਰੀਰ ਦਾ ਸੰਬੰਧ ਹੈ, ਸਰੀਰ ਤੋਂ ਨਾ ਛੱਡਣਾ ਹੁੰਦਾ ਹਰ ਇੱਕ ਨੇ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ। ਉਹ ਮੁਕਤੀ ਵੀ ਦੇਣ ਵਾਲਾ ਹੈ, ਉਹ ਜੀਵਨ ਜੁਗਤੀ ਵੀ ਦੱਸਣ ਵਾਲਾ ਹੈ। ਬ੍ਰਹਮ ਗਿਆਨੀ ਭਾਈ ਜੀਵਨ ਕਿਵੇਂ ਜਿਉਣਾ ਹੈ ਅਤੇ ਮੁਕਤੀ ਕਿਵੇਂ ਪ੍ਰਾਪਤ ਹੁੰਦੀ ਹੈ। ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਉਹ ਪੂਰਨ ਪੁਰਖ ਹੁੰਦਾ। ਅਸੀਂ ਤਾਂ ਅਧੂਰੇ ਹਾਂ, ਉਹ ਤਾਂ ਪੂਰਨ ਪੁਰਖ ਹੈ, ਉਹ ਤਾਂ ਵਿਧਾਤਾ ਹੈ, ਉਹ ਤਾਂ ਸਾਡੀ ਕਿਸਮਤਾਂ ਲਿਖਣ ਵਾਲਾ ਹੈ। ਪਰਮਾਤਮਾ ਸਾਡੀ ਕਿਸਮਤਾਂ ਲਿਖਦਾ ਹੈ, ਉਹ ਵਿਧਾਤਾ ਹੈ। ਸਾਡੇ ਕਰਮਾਂ ਦੇ ਅਨੁਸਾਰ ਉਹ ਸਾਨੂੰ ਅੱਗੇ ਸਜ਼ਾ ਦਿੰਦਾ ਹੈ, ਇਨਾਮ ਦਿੰਦਾ ਹੈ। ਬ੍ਰਹਮ ਗਿਆਨੀ ਅਨਾਥ ਕਾ ਨਾਥ। ਜਿਹਦਾ ਕੋਈ ਨਹੀਂ ਹੈ ਉਹਦਾ ਮਾਲਕ ਬ੍ਰਹਮ ਗਿਆਨੀ ਹੁੰਦਾ ਹੈ, ਉਹ ਤਾਂ ਅਨਾਥਾਂ ਦਾ ਨਾਥ ਹੈ। ਬ੍ਰਹਮ ਗਿਆਨੀ ਕਾ ਸਭ ਉੱਪਰ ਹੱਥ। ਬ੍ਰਹਮ ਗਿਆਨੀ ਸਾਰਿਆਂ ਦੇ ਸਿਰ 'ਤੇ ਹੱਥ ਹੁੰਦਾ ਹੈ, ਉਹ ਸਭ ਦਾ ਭਲਾ ਮੰਗਦਾ ਹੈ। ਬ੍ਰਹਮ ਗਿਆਨੀ ਕਾ ਸਗਲ ਆਕਾਰ। ਇਹ ਸਾਰਾ ਆਕਾਰ ਬ੍ਰਹਮ ਗਿਆਨੀ ਤੋਂ ਹੀ ਬਣਿਆ ਹੋਇਆ ਹੈ। ਬ੍ਰਹਮ ਗਿਆਨੀ ਆਪ ਨਿਰੰਕਾਰ। ਬ੍ਰਹਮ ਗਿਆਨੀ ਤੇ ਆਪ ਹੀ ਰੱਬ ਹੁੰਦਾ ਹੈ, ਰੱਬ ਰੂਪ ਹੁੰਦਾ ਆਪ। ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ। ਬ੍ਰਹਮ ਗਿਆਨੀ ਦੀ ਸੋਭਾ ਨੂੰ ਬ੍ਰਹਮ ਗਿਆਨੀ ਹੀ ਜਾਣਦਾ ਹੈ। ਉਹਦੀ ਸੋਭਾ ਉਹਨੂੰ ਹੀ ਬਣਾਉਂਦੀ ਹੈ, ਅਸੀਂ ਉਹਦੀ ਸੋਭਾ ਵਰਣਨ ਹੀ ਨਹੀਂ ਕਰ ਸਕਦੇ ਹੈਗੇ। ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਬ੍ਰਹਮ ਗਿਆਨੀ ਸਾਰਿਆਂ ਦਾ ਮਾਲਕ ਹੁੰਦਾ ਹੈ। ਧਨੀ ਮਾਨੇ ਮਾਲਕ। ਬ੍ਰਹਮ ਗਿਆਨੀ ਸਾਰਿਆਂ ਦਾ ਮਾਲਕ ਹੁੰਦਾ ਹੈ। ਸਾਡੀ ਜਿਹੜੀ ਮੰਜ਼ਿਲ ਹੈ ਇੱਥੇ ਪਹੁੰਚਣਾ ਸੀ। 10 ਜਨਮਾਂ 'ਚ ਪਹੁੰਚੀਏ, 20 'ਚ ਪਹੁੰਚੀਏ, 50 'ਚ ਪਹੁੰਚੀਏ, ਜਿੰਨਾ 'ਚ ਅਸੀਂ ਪਰਮਾਤਮਾ ਨਾਲ ਮਿਲ ਨਹੀਂ ਜਾਂਦੇ ਉਹਨਾਂ 'ਚ ਸਾਡਾ ਜੰਮਣ ਮਰਨ ਦਾ ਚੱਕਰ ਖਤਮ ਨਹੀਂ ਹੋਏਗਾ। ਮਗਰ ਅਰਦਾਸਾਂ ਕਰੋ, ਸੱਚੇ ਪਾਤਸ਼ਾਹ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ। ਇਸ ਤਰ੍ਹਾਂ ਕੋਈ ਨਹੀਂ ਨਿਵਾਸ ਮਿਲਦਾ ਹੈਗਾ, ਇਹ ਤਾਂ ਐਵੇਂ ਫਾਰਮੈਲਿਟੀ ਹੁੰਦੀ ਹੈ। ਉਹਨਾਂ ਦੇ ਚਰਨਾਂ 'ਚ ਨਿਵਾਸ ਲਈ ਪਤਾ ਨਹੀਂ ਕਿੰਨੇ ਜਨਮ ਦੀ ਤਪੱਸਿਆ ਚਾਹੀਦੀ ਹੈ। ਪਰ ਚਲੋ
ਮਰਨ ਤੋਂ ਬਾਅਦ ਹਮੇਸ਼ਾ ਹੀ ਭਲਾ ਮੰਗਿਆ ਜਾਂਦਾ, ਕਹਿੰਦੇ ਬੁਰਾ ਨਹੀਂ ਮੰਗਿਆ, ਇਸ ਲਈ ਅਰਦਾਸਾਂ ਕਰਦੇ ਰਹਿੰਦੇ। ਗੁਰੂ ਮਹਾਰਾਜ ਕਿਰਪਾ ਕਰਨ। ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।